ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਧੰਨ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ 63 ਨੰਬਰ ਸ਼ਲੋਕ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1367 ਤੇ ਅੰਕਿਤ। ਕਬੀਰ ਸੁਪਨੇ ਹੂ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਇਸ ਦਾ ਉਚਾਰਨ ਕਰਨ ਲੱਗਿਆ ਔਰ ਵਿਸ਼ਰਾਮ ਲੱਗਿਆ ਲਾਉਣ ਲੱਗਿਆ ਕਬੀਰ ਤੇ ਥੋੜਾ ਜਿਹਾ ਰੁਕਣਾ ਹੈ। ਔਰ ਸੁਪਨੇ ਨੂੰ ਸੁਪਨੇ ਨਹੀਂ ਪੜਨਾ, ਦੁਲਾਵਾਂ ਬੁਲਾਣੀਆਂ ਨੇ। ਸੁਪਨੇ ਬਰੜਾਏ ਕੈ ਔਰ ਨਿਕਸ ਹੈ, ਯਾਨੀ ਇਹ ਦੁਲਾਵਾਂ ਦਾ ਖਾਸ ਖਿਆਲ ਰੱਖਣਾ ਹੈ। ਕਬੀਰ ਸੁਪਨੇ ਹੂੰ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ। ਸੁਪਨੇ ਦਾ ਮਤਲਬ ਸੁਪਨਾ, ਬਰੜਾਏ ਦਾ ਮਤਲਬ ਹੁੰਦਾ ਹੈ ਬਰੜਾਣਾ। ਜਿਵੇਂ ਕਈ ਲੋਕ ਸੁੱਤਿਆਂ ਸੁੱਤਿਆਂ ਗੱਲਾਂ ਕਰਨ ਲੱਗ ਜਾਂਦੇ ਨੇ, ਉੱਚੀ ਉੱਚੀ ਜਾਂ ਹੌਲੇ ਹੌਲੇ ਗੱਲਾਂ ਕਰਦੇ ਨੇ, ਉਹਨੂੰ ਕਹਿੰਦੇ ਨੇ ਬਰੜਾਣਾ। ਜਿਹ ਮੁਖ ਦਾ ਮਤਲਬ ਜਿਸ ਮੁਖ ਦੇ ਵਿੱਚੋਂ, ਨਿਕਸੇ ਦਾ ਮਤਲਬ ਨਿਕਸੇ ਨਿਕਲੇ। ਕਬੀਰ ਜੀ ਕਹਿੰਦੇ ਨੇ ਸੁੱਤਿਆਂ ਪਿਆ, ਸੁਪਨੇ ਦੇ ਵਿੱਚ ਬੋਲਦਿਆਂ ਵੀ ਜੇ ਕਿਸੇ ਦੇ ਮੂੰਹ ਚੋਂ ਪ੍ਰਭੂ ਦੀ ਸਿਫਤ ਸਲਾਹ ਨਿਕਲਦੀ ਹੈ, ਜੇ ਕੋਈ ਰੱਬੀ ਗੁਣਾਂ ਦੀ ਗੱਲ ਕਰਦਾ ਹੈ, ਹੁਕਮ ਦੀ ਗੱਲ ਕਰਦਾ ਹੈ, ਗੁਣਾਂ ਦੀ ਗੱਲ ਕਰਦਾ ਹੈ, ਉਹਦੀ ਜ਼ਬਾਨ ਚੋਂ ਗੁਣਾਂ ਬਾਰੇ ਬਚਨ ਨਿਕਲਦੇ ਨੇ, ਤਾਂ ਤਾਕੇ ਪੱਗ ਕੀ ਪਾਨਹੀ ਮੇਰੇ ਤਨ ਕੋ ਚਾਮ। ਪਾਨਹੀ ਕਹਿੰਦੇ ਨੇ ਪਨਹਾ, ਯਾਨੀ ਜੁੱਤੀ। ਪੱਗ ਦਾ ਮਤਲਬ ਪੈਰ, ਚਾਮ ਦਾ ਮਤਲਬ ਚੰਮ, ਖੱਲੜੀ। ਤਾਂ ਕਬੀਰ ਜੀ ਕਹਿੰਦੇ ਨੇ ਉਹਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ। ਮੇਰੇ ਸਰੀਰ ਦੀ ਖੱਲ ਹਾਜ਼ਰ ਹੈ ਉਹਦੇ ਪੈਰਾਂ ਦੀ ਜੁੱਤੀ ਵਾਸਤੇ। ਯਾਨੀ ਮੈਂ ਹਰ ਤਰ੍ਹਾਂ ਦੇ ਨਾਲ ਨਿਮਰਤਾ ਨਾਲ ਉਹਦੀ ਹਰ ਕਿਸਮ ਦੀ ਸੇਵਾ ਕਰਨ ਲਈ ਤਿਆਰ ਹਾਂ। ਕਿਹਦੀ ਮਹਾਨਤਾ ਇਹ ਨਹੀਂ ਦੱਸੀ ਜਾ ਰਹੀ, ਜਿਹੜਾ ਸੁਪਨੇ ਦੇ ਵਿੱਚ ਬਰੜਾ ਕੇ ਵੀ ਰੱਬੀ ਗੁਣਾਂ ਦੀ ਗੱਲ ਕਰਦਾ। ਹੁਣ ਇੱਥੇ ਸਾਡੇ ਮਨ ਦੇ ਅੰਦਰ ਇੱਕ ਸਵਾਲ ਪੈਦਾ ਹੋ ਸਕਦਾ ਹੈ ਕਿ ਜੇ ਤੇ ਕੋਈ ਦਿਨੇ ਜਾਗਦਿਆਂ ਸ਼ੁਭ ਗੁਣਾਂ ਦੀ ਗੱਲ ਕਰੇ, ਤਾਂ ਫਿਰ ਤਾਂ ਸਮਝ ਆਉਂਦੀ ਹੈ ਕਿ ਸਮਝ ਦੇ ਨਾਲ ਬੰਦਾ ਸ਼ੁਭ ਗੁਣਾਂ ਦੀ ਗੱਲ ਕਰ ਰਿਹਾ ਹੈ ਤਾਂ ਇਹ ਵਾਸਤਵ ਦੇ ਵਿੱਚ ਹੀ ਮਹਾਨ ਹੈ, ਕਿਉਂਕਿ ਹੋਸ਼ ਹਵਾਸ਼ ਦੇ ਅੰਦਰ ਕਰ ਰਿਹਾ ਹੈ। ਪਰ ਬਰੜਾ ਕੇ ਬੇਹੋਸ਼ੀ ਦੇ ਵਿੱਚ ਜੇ ਕੋਈ ਸ਼ੁਭ ਗੁਣਾਂ ਦੀ ਗੱਲ ਕਿ ਉਹਦੇ ਪੈਰਾਂ ਦੀ ਜੁੱਤੀ ਵਾਸਤੇ ਆਪਣੇ ਤਨ ਦੀ ਚਮੜੀ ਕੋਈ ਹਾਜ਼ਰ ਕਰ ਦੇਵੇ, ਕਾਰਨ ਕੀ? ਕਾਰਨ ਜਦੋਂ ਅਸੀਂ ਇਹਦਾ ਲੱਭਾਂਗੇ ਤਾਂ ਮਨੋਵਿਗਿਆਨਿਕ ਤੌਰ ਤੇ ਸੁਪਨੇ ਸਾਨੂੰ ਜਿਹੜੇ ਆਉਂਦੇ ਨੇ ਨਾ, ਉਹਦੇ ਕੁਝ ਕਾਰਨ ਨੇ। ਜੋ ਮਨੋਵਿਗਿਆਨੀ ਨੇ ਉਹ ਇਹਦੇ ਬਾਰੇ ਦੋ ਤਰ੍ਹਾਂ ਦੇ ਵਿਚਾਰ ਰੱਖਦੇ ਨੇ। ਇੱਕ ਤਾਂ ਉਹ ਨੇ ਜੋ ਭਵਿੱਖ ਬਾਰੇ ਵਿਚਾਰ ਰੱਖਦੇ ਨੇ ਕਿ ਸੁਪਨੇ ਸਾਨੂੰ ਉਹਨਾਂ ਚੀਜ਼ਾਂ ਦੇ ਆਉਂਦੇ ਨੇ ਜੋ ਅਸੀਂ ਭਵਿੱਖ ਬਾਰੇ ਸੋਚਦੇ ਹਾਂ। ਔਰ ਕੁਝ ਮਨੋਵਿਗਿਆਨੀਆਂ ਦੀ ਵਿਚਾਰ ਇਹ ਹੈ ਕਿ ਸੁਪਨੇ ਸਾਨੂੰ ਉਹ ਆਉਂਦੇ ਨੇ ਜੋ ਅਸੀਂ ਵੇਖ ਚੁੱਕੇ ਹਾਂ ਜਾਂ ਜਿਸ ਬਾਰੇ ਅਸੀਂ ਸੁਣ ਚੁੱਕੇ ਹਾਂ। ਔਰ ਨਾਲ ਇਹ ਵੀ ਖਿਆਲ ਹੈ ਕਿ ਜੋ ਸਾਡੀਆਂ ਦਮਿਤ ਇੱਛਾਵਾਂ ਨੇ ਉਹ ਸੁਪਨਿਆਂ ਦੇ ਅੰਦਰ ਪ੍ਰਗਟ ਹੁੰਦੀਆਂ ਨੇ। ਕਈ ਵਾਰ ਸਾਨੂੰ ਪੁੱਠੇ ਸਿੱਧੇ ਸੁਪਨੇ ਹੁੰਦੇ ਨੇ, ਤਾਂ ਸੁਪਨਿਆਂ ਤੋਂ ਬੰਦੇ ਦੇ ਕਰੀਬ 80-90% ਜੋ ਮਾਨਸਿਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜੋ ਸੁਪਨਿਆਂ ਦਾ ਮਨੋਵਿਗਿਆਨ ਜਿਨ੍ਹਾਂ ਨੇ ਪੜ੍ਹਿਆ ਹੈ, ਸੁਪਨਿਆਂ ਦਾ ਇੱਕ ਸਪੈਸ਼ਲੀ ਮਨੋਵਿਗਿਆਨ ਹੀ ਹੈ। ਸੁਪਨਿਆਂ ਬਾਰੇ ਮਨੋਵਿਗਿਆਨੀਆਂ ਦੀਆਂ ਬਹੁਤ ਲੰਬੀਆਂ ਚੌੜੀਆਂ ਖੋਜਾਂ ਨੇ। ਜਿਵੇਂ ਹੁਣ ਕਈ ਲੋਕ ਨੇ ਸੁਪਨਿਆਂ ਵਿੱਚ ਉਹਨਾਂ ਨੂੰ ਸੱਪ ਦਿਸਦੇ ਨੇ, ਪਿੱਛੇ ਸ਼ੇਰ ਪਿਆ ਹੋਇਆ ਹੈ, ਕਿਸੇ ਨੂੰ ਪਾਣੀ ਦਿਸ ਰਿਹਾ ਹੈ, ਪਾਣੀ ਵਿੱਚ ਤੈਰ ਰਿਹਾ ਹੈ, ਕਿਸੇ ਨੂੰ ਜੰਗਲ ਦਿਸ ਰਹੇ ਨੇ, ਲੜਾਈ ਝਗੜੇ ਦਿਸ ਰਹੇ ਨੇ, ਕੋਈ ਮਾਰਨ ਵਾਲਾ ਦੌੜ ਰਿਹਾ ਹੈ, ਇੱਕਦਮ ਸਾਹ ਘੁੱਟਿਆ ਗਿਆ ਹੈ, ਕੋਈ ਰਾਤ ਨੂੰ ਛਾਤੀ ਉੱਤੇ ਆ ਚੜਿਆ ਹੈ। ਇਸ ਟਾਈਪ ਦੇ ਸੁਪਨੇ ਆਮ ਲੋਕਾਂ ਨੂੰ ਆਉਂਦੇ ਨੇ, ਬਹੁ ਗਿਣਤੀ ਨੂੰ। ਤਾਂ ਇਹਦੇ ਪਿੱਛੇ ਇੱਕ ਬਹੁਤ ਗਹਿਰਾ ਵਿਚਾਰ ਹੈ ਕਿ ਬਹੁਤ ਸਾਰੀਆਂ ਦਮਿਤ ਇੱਛਾਵਾਂ ਨੇ ਜਿਨ੍ਹਾਂ ਕਰਕੇ ਇਸ ਟਾਈਪ ਦੇ ਸੁਪਨੇ ਆਉਂਦੇ ਨੇ। ਜਦੋਂ ਆਪ ਤੁਸੀਂ ਸੁਪਨਾ ਦੱਸੋਗੇ ਤੇ ਉਹਦੇ ਤੋਂ 80-85% ਸਾਡੀ ਮਾਨਸਿਕਤਾ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਸੁਪਨੇ ਦੇ ਪਿੱਛੇ ਪ੍ਰੋਬਲਮ ਕੀ ਹੈ। ਖੈਰ, ਵਿਸਥਾਰ ਵਿੱਚ ਨਾ ਜਾਂਦਿਆਂ, ਇਹਦਾ ਮਤਲਬ ਸੁਪਨਿਆਂ ਦਾ ਸੰਬੰਧ ਸਾਡੀ ਜਾਗਰਤ ਅਵਸਥਾ ਦੇ ਨਾਲ ਜਾ ਕੇ ਜੁੜਦਾ ਹੈ।
ਸਾਡੀਆਂ ਜੋ ਦਮਿਤ ਇੱਛਾਵਾਂ ਨੇ, ਜੋ ਸਾਡੀਆਂ ਪੂਰੀਆਂ ਨਹੀਂ ਹੋਈਆਂ, ਜਾਂ ਅਸੀਂ ਪੂਰੀਆਂ ਕਰਨੀਆਂ ਚਾਹੁੰਦੇ ਹਾਂ, ਜਾਂ ਅਸੀਂ ਗੱਲਬਾਤ ਜੋ ਕਰਦੇ ਹਾਂ, ਵੇਖਦੇ ਹਾਂ, ਤਾਂ ਹੁਣ ਜੋ ਬਰੜਾ ਰਿਹਾ ਹੈ, ਡਰ ਰਿਹਾ ਹੈ, ਡਰਾਵਣੇ ਸੁਪਨੇ ਆ ਰਹੇ ਨੇ, ਇਹਦਾ ਮਤਲਬ ਉਹਦੀ ਦਿਨ ਦੀ ਜਿਹੜੀ ਜ਼ਿੰਦਗੀ ਹੈ ਨਾ, ਉਹਦੇ ਵਿੱਚ ਕੁਝ ਡਰ, ਕੁਝ ਭੈ ਛਿਪੇ ਹੋਏ ਨੇ, ਤੇ ਉਹ ਜਿਹੜੇ ਡਰ ਔਰ ਭੈ ਨੇ ਉਹ ਸੁਪਨੇ ਦੇ ਵਿੱਚ ਪ੍ਰਗਟ ਹੋ ਰਹੇ ਨੇ। ਲੇਕਿਨ ਜਿਹੜਾ ਰਾਤ ਨੂੰ ਸੁਪਨੇ ਦੇ ਵਿੱਚ ਵੀ ਸ਼ੁਭ ਗੁਣਾਂ ਦੀ ਗੱਲ ਕਰ ਰਿਹਾ ਹੈ, ਇਹਦਾ ਮਤਲਬ ਉਹਦੀਆਂ ਦਮਿਤ ਇੱਛਾ ਜਿਹੜੀਆਂ ਨੇ ਉਹ ਮਾੜੀਆਂ ਨਹੀਂ ਹਨ। ਉਹਦੀਆਂ ਸ਼ੁਭ ਇੱਛਾਵਾਂ ਨੇ ਦਿਨੇ ਜਾਗਦਿਆਂ ਵੀ ਉਹ ਸ਼ਾਂਤ ਬੰਦਾ ਹੈ, ਚੰਗੀ ਜ਼ਿੰਦਗੀ ਹੈ ਉਸਦੀ, ਦਿਨੇ ਵੀ ਉਹਦੀ ਸੋਚ ਚੰਗੀ ਹੈ। ਤਾਂ ਭਗਤ ਕਬੀਰ ਜੀ ਇਸ ਚੀਜ਼ ਨੂੰ ਵੇਖ ਰਹੇ ਨੇ ਕਿ ਜੋ ਰਾਤ ਨੂੰ ਬਰੜਾ ਕੇ ਵੀ ਸ਼ੁਭ ਗੁਣਾਂ ਦੀ ਗੱਲ ਕਰਦਾ ਹੈ, ਇਹਦਾ ਮਤਲਬ ਕਿ ਉਹ ਦਿਨ ਦੇ ਅੰਦਰ ਵੀ ਉਹਦਾ ਜੀਵਨ ਬਹੁਤ ਚੰਗਾ ਹੈ। ਤਾਂ ਗੱਲ ਇੱਥੇ ਚੰਗੇ ਜੀਵਨ ਦੀ ਹੈ, ਚੰਗੀ ਗੱਲ ਕਰਨ ਦੀ ਹੈ। ਜੇ ਮੁਖ ਨਿਕਸੇ ਰਾਮ, ਮੂੰਹ ਦੇ ਵਿੱਚੋਂ, ਜ਼ਬਾਨ ਦੇ ਵਿੱਚੋਂ ਜੋ ਗੱਲ ਨਿਕਲ ਰਹੀ ਹੈ ਉਹ ਸ਼ੁਭ ਗੁਣਾਂ ਦੀ ਨਿਕਲ ਰਹੀ ਹੈ, ਰੱਬੀ ਰਜ਼ਾ ਦੀ ਗੱਲ ਨਿਕਲ ਰਹੀ ਹੈ। ਤਾਂ ਕਬੀਰ ਜੀ ਕਹਿੰਦੇ ਨੇ ਉਸ ਇਨਸਾਨ ਵਾਸਤੇ ਮੇਰੇ ਤਨ ਦੀ ਚਮੜੀ ਵੀ ਹਾਜ਼ਰ ਹੈ, ਭਾਵ ਕਿ ਮੈਂ ਹਰ ਕਿਸਮ ਦੇ ਨਾਲ ਉਹਦਾ ਆਦਰ ਸਤਿਕਾਰ ਕਰਨ ਲਈ ਤਿਆਰ ਹਾਂ ਔਰ ਉਹਦੀ ਹਰ ਕਿਸਮ ਦੀ ਸੇਵਾ ਕਰਨ ਲਈ ਤਿਆਰ ਹਾਂ। ਮੀਨਸ ਕਿ ਸਾਨੂੰ ਉਹਨਾਂ ਲੋਕਾਂ ਦਾ ਆਦਰ, ਮਾਣ ਔਰ ਸਤਿਕਾਰ ਕਰਨਾ ਚਾਹੀਦਾ ਹੈ। ਐਸੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਜੀਵਨ ਸ਼ੁਭ ਹੈ, ਜਿਨ੍ਹਾਂ ਦੇ ਵਿਚਾਰ ਚੰਗੇ ਨੇ, ਕਿਉਂਕਿ ਜਦੋਂ ਅਸੀਂ ਉਹਨਾਂ ਦੀ ਸੰਗਤ ਕਰਾਂਗੇ ਤਾਂ ਸਾਡੇ ਅੰਦਰ ਵੀ ਚੰਗੇ ਵਿਚਾਰ ਆਉਣਗੇ। ਅਗਲਾ ਬਚਨ ਕਰਦੇ ਨੇ, ਕਬੀਰ ਮਾਟੀ ਕੇ ਹਮ ਪੂਤਰੇ, ਮਾਨਸ ਰਾਖਿਓ ਨਾਉ, 4 ਦਿਵਸ ਕੇ ਪਾਹੁਨੇ, ਵੱਡ ਵੱਡ ਰੂੰਧੇ ਠਾਉ। ਇਹਨੂੰ ਪਾਹਨੇ ਨਹੀਂ ਪੜਨਾ, ਪਾਹੁਨੇ, ਹਾਹੇ ਥੱਲੇ ਔਂਕੜੇ, ਪਾਹੁਨੇ, ਪਾਹੁਨੇ ਦਾ ਮਤਲਬ ਹੁੰਦਾ ਹੈ ਪਰੌਣੇ। ਕਬੀਰ ਮਾਟੀ ਕੇ ਹਮ ਪੂਤਰੇ, ਪੂਤਰੇ ਦਾ ਮਤਲਬ ਪੁਤਲੇ, ਪੁਤਰੇ ਨਹੀਂ ਪੜਨਾ, ਪੜਨਾ ਹੈ ਪੂਤਰੇ। ਕਬੀਰ ਮਾਟੀ ਕੇ ਹਮ ਪੂਤਰੇ, ਮਾਟੀ ਦਾ ਮਤਲਬ ਮਿੱਟੀ, ਪੂਤਰੇ ਦਾ ਮਤਲਬ ਪੁਤਲੇ। ਮਾਨਸ ਰਾਖਿਓ ਨਾਮ ਦਾ ਮਤਲਬ ਨਾਮ ਜਿਹੜਾ ਹੈ ਅਸੀਂ ਬੰਦਾ ਰੱਖ ਲਿਆ ਹੈ, ਆਪਣੇ ਆਪ ਨੂੰ ਅਸੀਂ ਬੰਦਾ ਕਹਿੰਦੇ ਹਾਂ। ਕਬੀਰ ਜੀ ਕਹਿੰਦੇ ਨੇ ਅਸੀਂ ਮਿੱਟੀ ਦੀਆਂ ਪੁਤਲੀਆਂ ਹਾਂ ਔਰ ਅਸੀਂ ਆਪਣੇ ਆਪ ਦਾ ਨਾਮ ਤਾਂ ਮਨੁੱਖ ਰੱਖ ਲਿਆ ਹੈ। ਇਹ ਚੀਜ਼ ਸਮਝਣ ਵਾਲੀ ਹੈ। ਇਹ ਜਿਹੜਾ ਸਰੀਰ ਹੈ ਪਹਿਲਾਂ ਮਿੱਟੀ ਸੀ, ਮਿੱਟੀ ਤੋਂ ਖੁਰਾਕ ਬਣਿਆ, ਖੁਰਾਕ ਤੋਂ ਬਿੰਦ ਬਣਿਆ, ਬਿੰਦ ਤੋਂ ਮਾਸਤਾ ਲੋਥੜਾ ਬਣਿਆ, ਬੱਚਾ ਬਣ ਕੇ ਜਨਮਿਆ, ਜਵਾਨ ਹੋਇਆ, ਬੁੱਢਾ ਹੋਇਆ, ਮਰ ਗਿਆ, ਜਲਾ ਦਿੱਤਾ, ਫਿਰ ਮਿੱਟੀ ਦਾ ਮਿੱਟੀ ਬਣ ਗਿਆ, ਮਿੱਟੀ ਚੋਂ ਪੈਦਾ ਹੋਇਆ, ਮਿੱਟੀ ਦੇ ਵਿੱਚ ਸਰੀਰ ਮਿਲ ਗਿਆ। ਤੇ ਜਦੋਂ ਜੀਵਨ ਸਾਨੂੰ ਜਨਮ ਸਾਡਾ ਹੋਇਆ ਔਰ ਮਰਨ ਤੱਕ ਅਸੀਂ ਆਪਣਾ ਨਾਮ ਰੱਖਿਆ ਬੰਦਾ, ਕਿ ਇਹ ਬੰਦਾ, ਇਹ ਸਰੀਰ ਜਿਹੜਾ ਹੈ ਬੰਦੇ ਦਾ ਹੈ, ਅਸੀਂ ਆਪਣੇ ਆਪ ਨੂੰ ਬੰਦਾ ਕਿਹਾ, ਬੰਦਾ ਸਾਡਾ ਨਾਮ ਰੱਖਿਆ ਗਿਆ। ਪਰ ਕਬੀਰ ਜੀ ਕਹਿੰਦੇ ਨੇ ਮਾਟੀ ਕੇ ਹਮ ਪੂਤਲੇ, ਮਾਨਸ ਰਾਖਿਓ ਨਾਉ, ਨਾਮ ਤੇ ਬੰਦਾ ਰੱਖ ਲਿਆ ਪਰ ਰਹਿ ਮਿੱਟੀ ਦੇ ਪੁਤਲੇ ਹੀ, ਰਹਿ ਮਿੱਟੀ ਦੇ ਪੁਤਲੇ ਹੀ, ਕਿਉਂਕਿ ਸ਼ੁਭ ਗੁਣ ਨਹੀਂ ਆਏ। ਗੁਰਦੇਵ ਨੇ ਪਾਵਨ ਬਾਣੀ ਵਿੱਚ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ, ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਇਆ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸ਼ਰੀਰਾ ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜੇ ਸ਼ੁਭ ਗੁਣ ਜ਼ਿੰਦਗੀ ਦੇ ਅੰਦਰ ਨਹੀਂ ਆਏ, ਜੇ ਸੋਚ ਚੰਗੀ ਨਹੀਂ, ਜੇ ਬੋਲ ਚੰਗੇ ਨਹੀਂ, ਤਾਂ ਫਿਰ ਇਸ ਤਨ ਦੀ ਵੈਲਿਊ ਕੀ ਹੈ? ਮਿੱਟੀ ਹੋਈ ਹੈ ਨਾ, ਮਿੱਟੀ ਦੇ ਵਿੱਚ ਹੀ ਮਿਲੇ ਰਹੇ, ਅਵਗੁਣਾਂ ਨੂੰ ਅਸੀਂ ਵਿਹਾਜਦੇ ਰਹੇ, ਇਨਸਾਨੀਅਤ ਪੈਦਾ ਨਾ ਕੀਤੀ, ਤਾਂ ਫਿਰ ਜਿਹੜਾ ਇਹ ਸਰੀਰ ਹੈ ਮਿੱਟੀ ਵਰਗਾ ਹੀ ਹੈ, ਭਾਵ ਇਹਦਾ ਕੋਈ ਮਹਾਨਤਾ ਨਹੀਂ ਹੈ ਜੇ ਅਸੀਂ ਚੰਗੇ ਕਰਮ ਨਹੀਂ ਕਰਦੇ। 4 ਦਿਵਸ ਕੇ ਪਾਹੁਨੇ, ਦਿਵਸ ਦਾ ਮਤਲਬ ਦਿਨ, ਪਾਹੁਨੇ ਦਾ ਮਤਲਬ ਪ੍ਰਾਹੁਣੇ। ਅਸੀਂ 4 ਦਿਨ ਦੀ ਪ੍ਰਾਹੁਣੇ ਆ ਇਸ ਦੁਨੀਆ ਤੇ। ਵੱਡ ਵੱਡ ਰੂੰਧੇ ਠਾਓ, ਰੂੰਧੇ ਦਾ ਮਤਲਬ ਹੁੰਦਾ ਹੈ ਥਾਂ ਮੱਲ ਲੈਣੀ, ਕਿ ਇਹ ਵੀ ਥਾਂ ਮੇਰੀ ਹੈ, ਇਹ ਵੀ ਮੇਰੀ ਹੈ, ਕਬਜ਼ੇ। ਅਸੀਂ 4 ਦਿਨਾਂ ਲਈ ਪ੍ਰਾਹੁਣੇ ਆ, ਪਰ ਵਧੀਕ ਅਸੀਂ ਥਾਂ ਮੱਲਦੇ ਹਾਂ, ਭਾਵ ਕਿ ਸਾਡੇ ਅੰਦਰ ਬਹੁਤ ਵੱਡੀ ਤ੍ਰਿਸ਼ਨਾ ਹੈ, ਅਸੀਂ ਆਪਣੀਆਂ ਲੋੜਾਂ ਤੋਂ ਉਤਾਂ ਉੱਠ ਕੇ ਬੇਗਾਨੇ ਹੱਕਾਂ ਨੂੰ ਖਾਂਦੇ ਹਾਂ, ਮੱਲਾਂ ਮਾਰਦੇ ਹਾਂ, 4 ਦਿਨ ਵਾਸਤੇ ਇੱਥੇ ਰਹਿਣਾ ਹੈ। ਤਾਂ ਇੱਥੇ ਇੱਕ ਭੁੱਲ ਹੋ ਰਹੀ ਹੈ। ਜਿਵੇਂ ਕੋਈ ਪ੍ਰਾਹੁਣਾ ਕਿਸੇ ਦੇ ਘਰ ਵਿੱਚ ਜਾਏ, ਅਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਹਾਂ, ਆਪਣੇ ਨਾਨਕਿਆਂ, ਦਾਦਕਿਆਂ, ਚਾਚਿਆਂ, ਤਾਇਆਂ ਵੱਲ ਜਾਂ ਸੱਜਣਾ ਮਿੱਤਰਾਂ ਕੋਲ,
ਤਾਂ ਉਹਨਾਂ ਦੇ ਘਰ ਰਹਿ ਕੇ ਅਸੀਂ ਉਹਨਾਂ ਦਾ ਸਹਿਯੋਗ ਵੀ ਕਰਦੇ ਹਾਂ, ਕੰਮ ਵੀ ਕਰਦੇ ਹਾਂ ਔਰ ਚਾਅ ਨਾਲ ਕਰਦੇ ਹਾਂ। ਲੇਕਿਨ ਸਾਨੂੰ ਇਹ ਪਤਾ ਹੁੰਦਾ ਹੈ ਕਿ ਇਹ ਘਰ ਮੇਰਾ ਨਹੀਂ ਹੈ, ਮੈਂ ਇੱਥੋਂ ਇੱਕ ਦਿਨ ਚਲੇ ਜਾਣਾ ਹੈ, ਤਾਂ ਉੱਥੇ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਓ, ਉੱਥੇ ਕੰਮਕਾਰ ਕਰੋ, ਖਾਓ ਪੀਓ, ਹੱਸੋ ਖੇਲੋ, ਉਹਨਾਂ ਦੇ ਨਾਲ ਖੁਸ਼ੀ ਦੇ ਨਾਲ ਰਹੋ। ਪਰ ਪ੍ਰੋਬਲਮ ਕਦੋਂ ਕ੍ਰੀਏਟ ਹੋਏਗੀ? ਜਦੋਂ ਤੁਸੀਂ ਉਸ ਘਰ ਦੇ ਉੱਤੇ ਕਬਜ਼ਾ ਜਮਾਓਗੇ ਕਿ ਹੁਣ ਘਰ ਹੀ ਮੇਰਾ ਹੈ, ਉਦੋਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਤਾਂ ਭਗਤ ਕਬੀਰ ਜੀ ਕਹਿੰਦੇ ਨੇ 4 ਦਿਨਾਂ ਲਈ ਅਸੀਂ ਪ੍ਰਾਹੁਣੇ ਆਏ ਹਾਂ ਤੇ ਅਸੀਂ ਵਧੀਕ ਵਧੀਕ ਥਾਂ ਮੱਲਦੇ ਹਾਂ। ਸਾਡੇ ਦੁੱਖਾਂ ਦਾ ਕਾਰਨ ਹੈ ਕਿ ਅਸੀਂ ਵਿਕਾਰ ਕਮਾਉਂਦੇ ਹਾਂ, ਪਾਪ ਕਮਾਉਂਦੇ ਹਾਂ। ਭਗਤ ਕਬੀਰ ਜੀ ਅੱਗੇ ਸ਼ਲੋਕਾਂ ਦੇ ਵਿੱਚ ਸਾਨੂੰ ਹੋਰ ਦੱਸਣਗੇ। ਆਪ ਕਹਿੰਦੇ ਨੇ ਕਿ ਜਿਵੇਂ ਕਾਰਜ ਸਾਡੇ 3 ਹੱਥ, ਕਾਰਜ ਸਾਡੇ 3 ਹੱਥ, ਘਣੀ ਤਾਂ ਪੌਣੇ 4, ਕਿ ਸਾਡੇ ਕੰਮ ਕਿੰਨਾ ਕੁ ਆਉਣੀ ਹੈ ਜ਼ਮੀਨ? 3.5 ਹੱਥ। ਜਦੋਂ ਤੁਸੀਂ ਆਪਣਾ ਮਿਣੋਗੇ ਨਾ ਸਰੀਰ, ਤਾਂ ਪੂਰੀ ਦੁਨੀਆ ਦੇ ਜੋ ਬੰਦੇ ਦਾ ਕੱਦ ਹੈ ਆਪਣੇ 3.5 ਹੱਥ ਹੁੰਦਾ ਹੈ। ਹੱਥ ਕਹਿੰਦੇ ਨੇ, ਦੇਖੋ ਇਹ ਅਰਕ ਤੋਂ ਲੈ ਕੇ ਤੇ ਵਿਚਕਾਰਲੀ ਉਂਗਲੀ ਜਿਹੜੀ ਨਾ ਇੱਥੋਂ ਤੱਕ, ਇਹਨੂੰ ਇੱਕ ਹੱਥ ਕਹਿੰਦੇ ਨੇ। ਅਰਕ ਤੋਂ ਲੈ ਕੇ ਵਿਚਕਾਰਲੀ ਉਂਗਲੀ ਦੇ ਸਿਰੇ ਤੱਕ, ਇਹਨੂੰ ਕਹਿੰਦੇ ਨੇ ਇੱਕ ਹੱਥ। ਜਦੋਂ ਤੁਸੀਂ ਆਪਣਾ ਕੱਦ ਮਿਣੋਗੇ ਤੇ 3.5 ਹੱਥ ਹੋਏਗਾ। ਹਰ ਇੱਕ ਦਾ ਕੱਦ 3.5 ਹੱਥ ਹੈ ਆਪਣੇ। ਮੇਰਾ ਕੱਦ ਮੇਰੇ 3.5 ਹੱਥ ਹੈ, ਤੁਹਾਡਾ ਜਿਹੜਾ ਕੱਦ ਹੈ ਉਹ 3.5 ਹੱਥ ਮਿਣ ਕੇ ਦੇਖੋ। ਹੁਣ ਮੰਨ ਲਓ ਤੁਹਾਡੇ ਕੋਲ 10 ਬੈਡਰੂਮ ਦੀ ਕੋਠੀ ਹੈ, ਤੁਹਾਡੇ ਮਕਾਨ ਵਿੱਚ ਬੈਡਰੂਮ ਨੇ 10, ਔਰ ਉਹਨਾਂ ਸਾਰਿਆਂ ਦੇ ਵਿੱਚ ਡਬਲ ਬੈੱਡ ਲੱਗਾ ਹੋਇਆ ਹੈ। ਹੁਣ ਰਾਤ ਨੂੰ ਤੁਸੀਂ ਸੌਣਾ ਹੈ ਤਾਂ ਕਿੰਨੇ ਬੈਡਰੂਮਾਂ ਵਿੱਚ ਸੌਵੋਗੇ? ਇੱਕ ਦੇ ਵਿੱਚ ਹੀ ਸੌਵੋਗੇ ਨਾ, ਬਾਕੀ 9। ਮੇਰਾ ਮਤਲਬ ਇਹ ਨਹੀਂ ਕਿ 9 ਬਣਾਣੇ ਨਹੀਂ, ਇਹ ਗੱਲ ਅੰਡਰਸਟੈਂਡ ਕਰਨ ਵਾਲੀ ਹੈ। 10 ਬੈਡਰੂਮ ਨੇ, ਲੇਕਿਨ ਸਾਨੂੰ ਸੌਣ ਵਾਸਤੇ ਕਿੰਨੇ ਬੈਡਰੂਮ ਚਾਹੀਦੇ ਨੇ? ਇੱਕ। ਤੇ ਇੱਕ ਜਿਹੜਾ ਸਾਡਾ ਪਲੰਗ ਹੈ, ਬੈੱਡ ਹੈ, ਉਹ ਹੈ ਮੰਨ ਲਓ 7-8 ਫੁੱਟ ਦਾ। ਉਹਦੇ ਉੱਤੇ ਕਿੰਨੀ ਜਗ੍ਹਾ ਚਾਹੀਦੀ ਸਾਨੂੰ ਸੌਣ ਲਈ? 3.5 ਹੱਥ। ਕੰਮ ਤੇ ਸਾਡੇ ਇੰਨੀ ਕਿ ਹੁਣ ਲੋੜਾਂ ਬਹੁਤ ਘੱਟ ਨੇ, ਔਰ ਅਸੀਂ ਲੋੜਾਂ ਕਰਕੇ ਦੁਖੀ ਨਹੀਂ ਹਾਂ, ਅਸੀਂ ਤ੍ਰਿਸ਼ਨਾਵਾਂ ਕਰਕੇ ਦੁਖੀ ਹਾਂ। ਇਹ ਕਰੋਨਾ ਕਾਲ ਦੇ ਅੰਦਰ ਦੇਖੋ ਫਾਈਨੈਂਸ਼ੀਅਲੀ ਪ੍ਰੋਬਲਮ ਆਈ, ਬਹੁਤ ਵੱਡੀ ਫਾਈਨੈਂਸ਼ੀਅਲੀ ਪ੍ਰੋਬਲਮ ਆਈ ਹੈ, ਆ ਰਹੀ ਹੈ ਹਾਲੇ ਵੀ। ਲੇਕਿਨ ਇੱਕ ਗੱਲ ਤਾਂ ਸਾਨੂੰ ਪਤਾ ਲੱਗਾ ਹੈ ਇਸ ਕਰੋਨਾ ਕਾਲ ਦੇ ਵਿੱਚ, ਕਿ ਹੁਣ ਅਸੀਂ ਹਰ ਹਫਤੇ ਜਾਂ ਹਫਤੇ ਵਿੱਚ 2 ਵਾਰੀ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਨਹੀਂ ਗਏ ਤਾਂ ਸਰ ਗਿਆ ਨਾ। ਅਸੀਂ ਬਾਹਰ ਘੁੰਮਣ ਨਹੀਂ ਗਏ, ਜਹਾਜ਼ਾਂ ਤੇ ਸੈਰਾਂ ਨਹੀਂ ਕੀਤੀਆਂ ਤਾਂ ਵੀ ਸਰ ਗਿਆ। ਬਾਜ਼ਾਰਾਂ ਵਿੱਚ ਘੁੰਮਣ ਨਹੀਂ ਗਏ, ਹਰ ਰੋਜ਼ ਨਵੇਂ ਸੂਟ ਨਹੀਂ ਬਦਲੇ ਤਾਂ ਸਾਡਾ ਸਰ ਗਿਆ ਨਾ, ਖਰਚੇ ਸਾਡੇ ਘਟੇ। ਇਹਦਾ ਮਤਲਬ ਇਹ ਹੋਇਆ ਕਿ ਲੋੜਾਂ ਤੇ ਸਾਡੀਆਂ ਇੰਨੀਆਂ ਕੀ ਸਨ, ਬਾਕੀ ਤਾਂ ਵਾਧੂ ਦੇ ਜੰਜਾਲ ਗਲ ਵਿੱਚ ਪਾਏ ਹੋਏ ਸਨ। ਹੁਣ 5 ਜਾਂ 15 ਬੰਦਿਆਂ ਦੀ ਇਹਨਾਂ ਦੇਸ਼ਾਂ ਵਿੱਚ ਕਰਤਾ ਵਿਆਹ 'ਚ ਤੁਸੀਂ 15 ਬੰਦੇ ਗੁਰਦੁਆਰਾ ਸਾਹਿਬ ਜਾ ਸਕਦੇ ਹੋ, ਤਾਂ 15 ਬੰਦਿਆਂ ਨਾਲ ਸਰ ਗਿਆ ਨਾ। ਤਾਂ ਇਹਦਾ ਮਤਲਬ ਅੱਗੇ ਪਿੱਛੇ ਵੀ ਸਰ ਸਕਦਾ ਸੀ। ਲੋੜਾਂ ਸਾਡੀਆਂ ਸੀਮਤ ਨੇ, ਲੇਕਿਨ ਅਸੀਂ ਲੋੜਾਂ ਤੋਂ ਅੱਗੇ ਤ੍ਰਿਸ਼ਨਾਵਾਂ ਦੇ ਵਿੱਚ ਵੱਧ ਜਾਂਦੇ ਹਾਂ। ਤਾਂ ਭਗਤ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਜੇ ਮਨੁੱਖ ਆਪਣੀਆਂ ਲੋੜਾਂ ਤੱਕ ਸੀਮਤ ਰਹੇ ਔਰ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਵੇ, ਤਾਂ ਜੀਵਨ ਦੇ ਅੰਦਰ ਇਹ ਖੁਸ਼ੀਆਂ ਮਾਣ ਸਕਦਾ ਹੈ। ਤਾਂ ਸਾਨੂੰ 10 ਨਵਾਂ ਦੀ ਕਿਰਤ ਕਮਾਈ ਕਰਕੇ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ। ਆਸਾਵਾਂ ਤੋਂ, ਤ੍ਰਿਸ਼ਨਾਵਾਂ ਤੋਂ ਔਰ ਵਿਕਾਰਾਂ ਦੇ ਨਾਲ ਜੋ ਮੱਲਾਂ ਮਾਰਨੀਆਂ ਨੇ, ਉਹਨਾਂ ਤੋਂ ਸਾਨੂੰ ਬਾਜ ਆਉਣਾ ਚਾਹੀਦਾ ਹੈ, ਉਹਨਾਂ ਚੀਜ਼ਾਂ ਨੂੰ ਛੱਡਣਾ ਚਾਹੀਦਾ। ਕਬੀਰ ਮਹਿੰਦੀ ਕਰ ਘਾਲਿਆ, ਇਹ ਜੋ ਮਹਿੰਦੀ ਲਿਖਿਆ ਨਾ, ਇਹਨੂੰ ਪੜ੍ਹਨਾ ਹੈ ਮਹਿੰਦੀ। ਜੋ ਮਹਿੰਦੀ ਅਸੀਂ ਹੱਥਾਂ ਦੇ ਨਾਲ ਲਾਉਂਦੇ ਹਾਂ, ਜੋ ਆਮ ਲੋਕ ਲਗਾਉਂਦੇ ਨੇ। ਕਬੀਰ ਮਹਿੰਦੀ ਕਰ ਘਾਲਿਆ, ਆਪ ਪੀਸਾਏ ਪੀਸਾਏ। ਇਹਨੂੰ ਪਿਸਾਏ ਨਹੀਂ ਪੜ੍ਹਨਾ, ਪੱਪੇ ਨਾਲ ਬਿਹਾਰੀ, ਇੱਕ ਖਾਸ ਖਿਆਲ ਰੱਖਣਾ ਹੈ। ਆਪ ਪੀਸਾਏ ਪੀਸਾਏ, ਤੈਂ ਸਹੋ ਬਾਤ ਨਾ ਪੁੱਛੀਐ, ਕਬਹੂ ਨਾ ਲਾਈ ਪਾਏ। ਹੁਣ ਇੱਥੇ ਤੈ ਨੂੰ ਤੈਂ ਪੜ੍ਹਨਾ ਬਿੰਦੀ ਲਾ ਕੇ। ਤੈਂ ਦਾ ਮਤਲਬ ਹੁੰਦਾ ਹੈ ਤੂੰ। ਜਿਵੇਂ ਮਲਵਈ ਮਾਲਵੀ ਏਰੀਏ ਦੀ ਬੋਲੀ ਨਾ, ਪਟਿਆਲੇ ਵੱਲ ਜਾਈਏ, ਤੈਂ ਕਿੰਗੇ ਜਾ ਰਿਹਾ, ਤੈਂ ਦਾ ਮਤਲਬ ਤੂੰ। ਇੱਥੇ ਸੱਸਾ ਹਾਹ ਲਿਖਿਆ ਹੈ, ਅਸਲ ਸ਼ਬਦ ਹੈ ਸ਼ੌ, ਤੇ ਸ਼ੌ ਹੀ ਉਚਾਰਨ ਸਾਨੂੰ ਕਰਨਾ ਚਾਹੀਦਾ ਹੈ। ਬਾਕੀ ਕਈ ਵੀਰ ਭੈਣਾਂ ਸਹਿ ਪੜ੍ਹਦੇ ਨੇ, ਉਹ ਉਹਨਾਂ ਦੀ ਮਰਜ਼ੀ ਹੈ, ਵਿਵਾਦ ਕਰਨ ਦੀ ਲੋੜ ਨਹੀਂ, ਸਹਿ ਜਾਂ ਸਹੁ, ਲੇਕਿਨ ਸ਼ੁੱਧ ਸ਼ਬਦ ਹੈ ਸ਼ਹੁ। ਤੈਂ ਸ਼ਹੁ ਬਾਤ ਨਾ ਪੁੱਛੀਐ, ਕਬਹੂ ਨਾ ਲਾਈ ਪਾਏ।
ਇਹਨੂੰ ਪਾਏ ਪੜਨਾ ਹੈ ਬਿੰਦੀ ਲਗਾ ਕੇ। ਪਾਏ ਦਾ ਮਤਲਬ ਪੈਰਾਂ ਨਾਲ। ਜੇ ਪਾਏ ਪੜਾਂਗੇ ਤੇ ਪਾਏ ਦਾ ਮਤਲਬ ਹੋ ਜਾਏਗਾ ਕੋਈ ਚੀਜ਼ ਪਾਣੀ, ਪਾਏ। ਹੁਣ ਕਬੀਰ ਜੀ ਕਹਿੰਦੇ ਨੇ ਕਿ ਜਿਵੇਂ ਕਬੀਰ ਮਹਿੰਦੀ ਕਰ ਘਾਲਿਆ, ਘਾਲਿਆ ਦਾ ਮਤਲਬ ਘਾਲ, ਮਿਹਨਤ ਕੀਤੀ। ਆਪ ਦਾ ਮਤਲਬ ਆਪਣੇ ਆਪ ਨੂੰ। ਪਿਸਾਏ, ਪਿਸਾਏ ਦਾ ਮਤਲਬ ਪੀ ਪੀ ਕੇ। ਜਿਵੇਂ ਤਪ ਨਹੀਂ ਲੋਕ ਕਰਦੇ, ਜਪ ਤਪ ਕਰਦੇ ਨੇ, ਆਪਣੇ ਤਨ ਨੂੰ ਕਸ਼ਟ ਦਿੰਦੇ ਨੇ। ਮਹਿੰਦੀ ਕਰ ਦਾ ਮਤਲਬ ਮਹਿੰਦੀ ਦੀ ਤਰ੍ਹਾਂ। ਕਬੀਰ ਜੀ ਕਹਿੰਦੇ ਨੇ ਵੀ ਜਿਵੇਂ ਮਹਿੰਦੀ ਨੂੰ ਪੀ ਪੀ ਕੇ ਬਰੀਕ ਕਰੀਦਾ ਨਾ, ਜਿਵੇਂ ਕਈ ਲੋਕ ਨੇ ਮਹਿੰਦੀ ਦੇ ਪੱਤੇ ਤੋੜਦੇ ਨੇ, ਫਿਰ ਉਹਨਾਂ ਪੱਤਿਆਂ ਨੂੰ ਸੁਕਾਉਂਦੇ ਨੇ, ਸੁਕਾ ਕੇ ਫਿਰ ਉਹਨੂੰ ਪੀਸਿਆ ਜਾਂਦਾ ਹੈ, ਬਾਰੀਕ ਕੀਤਾ ਜਾਂਦਾ ਹੈ, ਫਿਰ ਉਹਨੂੰ ਪਾਣੀ ਵਿੱਚ ਭਿਉਂ ਕੇ ਫਿਰ ਉਹਨੂੰ ਪੈਰਾਂ ਦੇ ਨਾਲ ਔਰ ਹੱਥਾਂ ਦੇ ਨਾਲ ਲਾਉਂਦੇ ਨੇ। ਵੈਸੇ ਸਾਬਤ ਨਹੀਂ। ਮਹਿੰਦੀ ਨੂੰ ਕਿਸੇ ਦਾ ਹੱਥਾਂ ਦਾ, ਪੈਰਾਂ ਦਾ ਸ਼ਿੰਗਾਰ ਬਣਨ ਲਈ, ਪਰਵਾਨ ਚੜਨ ਲਈ ਆਪਣੇ ਆਪ ਨੂੰ ਪਿਸਾਣਾ ਪੈਂਦਾ। ਉਹਨੂੰ ਕਿੰਨੇ ਕਸ਼ਟ ਦੇ ਵਿੱਚੋਂ ਲੰਘਣਾ ਪੈਂਦਾ, ਇੰਨਾ ਕਸ਼ਟ ਕਰਦੀ ਹੈ ਤਾਂ ਉਹ ਕਿਸੇ ਦੇ ਪੈਰਾਂ ਦਾ ਸ਼ਿੰਗਾਰ ਬਣਦੀ ਹੈ। ਤਾਂ ਮਹਿੰਦੀ ਨੂੰ ਜਦੋਂ ਪੈਰਾਂ ਦੇ ਨਾਲ ਲਾ ਲਿਆ, ਕਿਸੇ ਦੇ ਹੱਥਾਂ ਦੇ ਨਾਲ ਲੱਗ ਗਈ, ਕਿਸੇ ਦਾ ਉਹ ਸ਼ਿੰਗਾਰ ਬਣ ਗਈ, ਤਾਂ ਉਹ ਪ੍ਰਵਾਨ ਹੋ ਗਈ। ਤੇ ਜੇ ਹੁਣ ਮਹਿੰਦੀ ਨੂੰ ਕੋਈ ਪੀ ਵੀ ਲਵੇ ਔਰ ਉਹ ਆਪਣੇ ਆਪ ਨੂੰ ਭਿਆ ਵੀ ਲਵੇ, ਉਹਨੂੰ ਭਿਉਂ ਵੀ ਦਵੇ ਕੋਈ, ਲੇਕਿਨ ਫਿਰ ਉਹਨੂੰ ਕੂੜੇ ਤੇ ਸੁੱਟਦੇ, ਉਹਨੂੰ ਲਾਏ ਹੀ ਨਾ, ਤਾਂ ਉਹਦੇ ਕਸ਼ਟ ਸਾਰੇ ਬੇਕਾਰ ਚਲੇ ਗਏ ਨਾ, ਕਿਉਂਕਿ ਉਹ ਪ੍ਰਵਾਨ ਨਹੀਂ ਚੜੀ। ਇਹ ਚੀਜ਼ ਨੂੰ ਭਗਤ ਕਬੀਰ ਜੀ ਸਾਨੂੰ ਮਿਸਾਲ ਦੇ ਕੇ ਕੁਝ ਸਮਝਾਉਣਾ ਚਾਹੁੰਦੇ। ਕਬੀਰ ਮਹਿੰਦੀ ਕਰ ਘਾਲਿਆ, ਆਪ ਪਿਸਾਏ ਪਿਸਾਏ। ਇੱਥੇ ਮਹਿੰਦੀ ਦਾ ਸਿਰਫ ਇੱਕ ਪ੍ਰਮਾਣ ਲਿਆ ਹੈ। ਹੁਣ ਆਪ ਪਿਸਾਏ ਪਿਸਾਏ, ਕਰ ਘਾਲਿਆ, ਇਹ ਚੀਜ਼ਾਂ ਸਮਝਣ ਵਾਲੀਆਂ ਨੇ ਘਾਲਣਾ ਘਾਲੀ, ਤਪ ਕੀਤੇ, ਧੂਣੀਆਂ ਤਾਈਆਂ, 4-5 ਧੂਣੀਆਂ ਤਾ ਕੇ ਵਿਚਕਾਰ ਬੈਠੇ ਰਹੇ, ਜਲ ਧਾਰਾ ਕਰਦੇ ਰਹੇ, ਵਰਤ ਰੱਖਦੇ ਰਹੇ, ਨਰਾਤੇ ਕਰਦੇ ਰਹੇ, ਸਰਾਧ ਕਰਦੇ ਰਹੇ, ਤੀਰਥਾਂ ਤੇ ਜਾਂਦੇ ਰਹੇ, ਸੰਸਾਰ ਦਾ ਤਿਆਗ ਕੀਤਾ, ਸਮਾਧੀਆਂ ਲਾਈਆਂ, ਜਟਾਵਾਂ ਵਧਾਈਆਂ, ਕਰੜ ਮੌਨ ਹੋਏ, ਜਿੰਨੇ ਵੀ ਆਪਾਂ ਪਿੱਛੇ ਸਾਰੇ ਚੀਜ਼ਾਂ ਗਿਣ ਆਏ ਆ, ਜਿੰਨੇ ਵੀ ਇਹ ਕਰਮ ਕਾਂਡ ਧਰਮ ਦੇ ਨਾਮ ਤੇ ਲੋਕ ਕਰਦੇ ਨੇ, ਇੰਨੀ ਘਾਲਣਾ ਘਾਲੀ। ਪਰ ਕਬੀਰ ਜੀ ਕਹਿੰਦੇ ਨੇ ਤੈਂ ਸਹਿ ਬਾਤ ਨਾ ਪੁੱਛੀਏ। ਸਹਿ ਦਾ ਮਤਲਬ ਤੈਂ ਸ਼ਹੋ, ਤੈਂ ਸੌਰੀ ਸਹਿ ਪੜ ਗਿਆ, ਸ਼ਹੋ, ਤੈਂ ਸ਼ਹੋ ਬਾਤ ਨਾ ਪੁੱਛੀਏ। ਤੈਂ ਬਾਤ ਨਾ ਪੁੱਛੀਏ ਦਾ ਮਤਲਬ ਤੂੰ ਬਾਤ ਵੀ ਨਾ ਪੁੱਛੀ, ਧਿਆਨ ਵੀ ਨਾ ਕੀਤਾ। ਕਭੂ ਨਾ ਲਾਈ ਪਾਏ, ਤੂੰ ਕਦੇ ਆਪਣੇ ਪੈਰਾਂ ਦੇ ਨਾਲ ਜੋੜਿਆ ਹੀ ਨਹੀਂ, ਤਾਂ ਉਹ ਘਾਲਣਾ ਦਾ ਫਾਇਦਾ ਕੀ ਹੋਇਆ। ਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਘਾਲ ਘਾਲੀ, ਜਿਵੇਂ ਮਹਿੰਦੀ ਨੂੰ ਪੀ ਪੀ ਕੇ ਬਰੀਕ ਕਰੀਦਾ, ਪਰ ਹੇ ਪ੍ਰਭੂ ਉਹਦੀ ਘਾਲ ਕਮਾਈ ਵੱਲ ਪਰਤ ਕੇ ਤੱਕਿਆ ਵੀ ਨਾ, ਤੂੰ ਉਹਨੂੰ ਕਦੇ ਆਪਣੇ ਚਰਨਾਂ ਨਾਲ ਜੋੜਿਆ ਵੀ ਨਾ, ਤਾਂ ਉਸ ਘਾਲ ਕਮਾਈ ਦਾ ਫਾਇਦਾ ਕੀ ਹੈ। ਇਹ ਗੱਲ ਸਮਝ ਗਏ ਨਾ, ਕਿ ਇਹ ਜਿੰਨੀਆਂ ਵੀ ਸਾਡੀਆਂ ਘਾਲ ਕਮਾਈਆਂ ਨੇ, ਜਪ ਤਪ ਸੰਜਮ ਨੇ, ਇਹ ਕਰਨ ਦੇ ਨਾਲ ਕਦੇ ਬੰਦਾ ਪ੍ਰਭੂ ਦੇ ਚਰਨਾਂ ਤੇ ਨਹੀਂ ਜੁੜ ਸਕਦਾ, ਇਹਨਾਂ ਦੇ ਨਾਲ ਰੱਬੀ ਮਿਲਾਪ ਨਹੀਂ ਹੁੰਦਾ। ਇੱਥੇ ਤਾਂ ਆਪਣੀ ਈਗੋ ਗਵਾਣੀ ਪੈਂਦੀ ਹੈ। ਸਾਡੀ ਘਾਲ ਕਮਾਈ ਤੇ ਤਾਂ ਸੀ ਨਾ ਸਫਲ, ਜੇ ਸਾਨੂੰ ਰੱਬ ਚਰਨਾਂ ਨਾਲ ਜੋੜ ਲੈਂਦਾ, ਸਾਡੇ ਅੰਦਰ ਰੱਬੀ ਗੁਣ ਪ੍ਰਗਟ ਹੋ ਜਾਂਦੇ, ਅਸੀਂ ਰੱਬ ਦੇ ਵਿੱਚ ਅਭੇਦ ਹੋ ਜਾਂਦੇ, ਰੱਬ ਵਰਗੇ ਹੋ ਜਾਂਦੇ, ਸਾਨੂੰ ਇੱਕ ਦੂਜੇ ਦੇ ਵਿੱਚ ਰੱਬ ਦਿਸਦਾ, ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਦੇ, ਐਸੀ ਇਨਸਾਨੀਅਤ ਸਾਡੇ ਅੰਦਰ ਪੈਦਾ ਹੋ ਜਾਂਦੀ, ਜਿਉਂ ਜਲ ਮੈਂ ਜਲ ਆਏ ਖਟਾਨਾ। ਫਿਰ ਤਾਂ ਇਹ ਘਾਲ ਕਮਾਈ ਸਫਲ ਹੀ ਸੀ, ਨਹੀਂ ਤਾਂ ਹੁਣ ਤੱਕ ਦੀ ਜ਼ਿੰਦਗੀ ਤਾਂ ਬੇਕਾਰ ਗਈ। ਤਾਂ ਸਾਨੂੰ ਸਮਝਾ ਰਹੇ ਨੇ ਕਿ ਘਾਲ ਕਮਾਈ ਤਾਂ ਸਫਲੀ ਹੈ ਜੇ ਪ੍ਰਭੂ ਆਪਣੇ ਚਰਨਾਂ ਦੇ ਨਾਲ ਜੋੜ ਲਵੇ, ਤੇ ਪ੍ਰਭੂ ਚਰਨਾਂ ਦੇ ਨਾਲ ਉਹਨੂੰ ਜੋੜਦਾ ਹੈ ਜੋ ਉਹਦੀ ਰਜ਼ਾ ਦੇ ਅੰਦਰ ਚੱਲਦਾ ਹੈ, ਜੋ ਆਪਣੀ ਹਉਮੈ ਨੂੰ ਗਵਾਉਂਦਾ ਹੈ, ਜੋ ਹੁਕਮ ਰਜ਼ਾਈ ਚੱਲਦਾ ਹੈ। ਇੱਥੇ ਜਪ ਤਪ ਸੰਜਮ ਦੇ ਨਾਲ ਆਪਣੇ ਸਰੀਰ ਨੂੰ ਕਸ਼ਟ ਦੇਣ ਦੀ ਜ਼ਰੂਰਤ ਨਹੀਂ ਹੈ। ਉਹ ਚੀਜ਼ਾਂ ਬੇਕਾਰ ਔਰ ਵਿਅਰਥ ਚਲੀਆਂ ਗਈਆਂ। ਦੇਖੋ ਹੁਣ ਅਸੀਂ ਆਪਣੀ ਜ਼ਿੰਦਗੀ ਵੱਲ ਦੇਖੀਏ, ਸਾਡੇ ਪਾਠ ਪੜ੍ਹੇ, ਸਾਡੀਆਂ ਪੂਜਾ ਕੀਤੀਆਂ, ਧੂਫਾਂ ਦਿਖਾਈਆਂ, ਜੋਤਾਂ ਜਗਾਈਆਂ, ਤੀਰਥਾਂ ਤੇ ਜਾਣਾ, ਵਰਤਨ ਰਾਤੇ ਸਰਾਧ, ਜਪ ਤਪ ਸੰਜਮ ਕਿਸ ਕੰਮ ਆਏ ਜੇਕਰ ਅਸੀਂ ਹੁਣ ਤੱਕ ਪ੍ਰਭੂ ਦੇ ਵਿੱਚ ਮਿਲ ਹੀ ਨਹੀਂ ਸਕੇ। ਇਸ ਲਈ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਰੱਬੀ ਰਜ਼ਾ ਦੇ ਅੰਦਰ ਤੁਰਨਾ ਹੈ, ਤਾਂ ਉਹਨਾਂ ਕੰਮਾਂ ਦੀ ਵੈਲਿਊ ਹੈ ਨਾ। ਕਬੀਰ ਜਿਹ ਦਰ ਆਵਤ ਜਾਤੇ ਹੋ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਹਟਕੈ ਦਾ ਮਤਲਬ ਰੋਕ ਪਾਣਾ, ਟੋਕਣਾ, ਕੋਈ ਟੋਕਦਾ ਨਹੀਂ। ਹਟਕੈ ਨਾਹੀ ਕੋਈ ਦਾ ਮਤਲਬ ਕੋਈ ਟੋਕਦਾ ਨਹੀਂ, ਰੋਕਦਾ ਨਹੀਂ।
ਆਵਤ ਜਾਤਿਓ ਦਾ ਮਤਲਬ ਆਉਣ ਜਾਣੇ ਤੋਂ। ਹੁਣ ਦੇਖੋ ਕਈ ਹੁੰਦਾ ਨਾ, ਕਿਸੇ ਦੇ ਘਰ ਆਉਣਾ ਜਾਣਾ ਹੋਵੇ ਸਾਡਾ, ਤੇ ਸਾਡਾ ਪ੍ਰੇਮ ਐਸਾ ਹੁੰਦਾ ਹੈ ਕਿ ਸਾਨੂੰ ਲੋੜ ਨਹੀਂ ਹੁੰਦੀ ਫੋਨ ਕਰਨ ਦੀ ਜਾਂ ਕੁਛ ਵੀ। ਜਦੋਂ ਮਰਜ਼ੀ ਕਿਸੇ ਦੇ ਘਰ ਆਓ, ਕਦੀ ਕਿਸੇ ਦੇ ਘਰ ਜਦੋਂ ਮਰਜ਼ੀ ਜਾਓ, ਤਾਂ ਸਾਨੂੰ ਕਿਹਾ ਹੁੰਦਾ ਵੀ ਤੁਸੀਂ, ਤੇਰੇ ਵਾਸਤੇ ਹਰ ਵਕਤ ਦਰਵਾਜ਼ੇ ਖੁੱਲੇ ਨੇ, ਜਦੋਂ ਮਰਜ਼ੀ ਆ ਜਾ ਯਾਰ, ਤੇਰਾ ਆਪਣਾ ਘਰ ਹੈ। ਹੁਣ ਇੱਥੇ ਆਵਤ ਜਾਤਿਓ ਦਾ ਮਤਲਬ ਜਿਹੜਾ ਰੱਬ ਦਾ ਦਰ ਹੈ, ਜਿੱਥੇ ਆਉਣ ਜਾਣ ਤੋਂ ਕੋਈ ਰੋਕਦਾ ਹੀ ਨਹੀਂ। ਇੱਥੇ ਆਉਣ ਜਾਣ ਨੂੰ ਸਮਝ ਲੈਣਾ ਹੈ ਥੋੜਾ ਜਿਹਾ। ਆਉਣ ਜਾਣ ਦਾ ਮਤਲਬ ਇਹ ਨਹੀਂ ਕਿ ਕਦੀ ਗੁਰਦੁਆਰੇ ਆ ਗਏ ਤੇ ਕਦੀ ਚਲੇ ਗਏ, ਕਦੀ ਰੱਬ ਦੀ ਗੱਲ ਮੰਨ ਲਈ ਤੇ ਕਦੇ ਨਾ ਮੰਨੀ, ਇਹ ਨਹੀਂ ਹੈ। ਇੱਥੇ ਆਵਤ ਜਾਤ ਦਾ ਮਤਲਬ ਹੈ ਕਿ ਸੰਪਰਕ ਬਣਾਉਣਾ, ਟਿਕੇ ਰਹਿਣਾ, ਰੱਬ ਦੇ ਹੋਏ ਰਹਿਣਾ। ਇੰਨੀ ਮਤਲਬ ਖੁੱਲ੍ਹ ਮਿਲ ਜਾਣੀ ਕਿ ਘਰ ਹੀ ਤੇਰਾ ਆਪਣਾ ਹੈ, ਰੱਬ ਦੇ ਹੀ ਹੋ ਜਾਣਾ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਦਰ ਤੇ ਟਿਕੇ ਰਿਆਂ ਹਟਕੇ ਨਾ ਹੀ ਕੋਈ, ਦਾ ਮਤਲਬ ਹੈਗਾ ਵੀ ਜਿਹੜੇ ਅਸੀਂ ਪਿੱਛੇ ਸ਼ਲੋਕ ਵਿੱਚ ਪੜ੍ਹਿਆ ਹੈ ਨਾ, ਇਹ ਲਾਖ ਅਹੇਰੀ ਏਕ ਜੀਓ ਕੇਤਾ ਬੰਚੋਂ ਕਾਲ, ਕਿ ਮੇਰੀ ਇੱਕ ਜਿੰਦ ਨਿਮਾਣੀ ਜੀ, ਇੱਕ ਕਮਜ਼ੋਰ ਜਿਹਾ ਹਿਰਨ ਤੇ ਲੱਖਾਂ ਜਿਹੜੇ ਸ਼ਿਕਾਰੀ ਨੇ ਉਹਨੂੰ ਮਾਰਨ ਵਾਸਤੇ ਪਏ ਹੋਏ ਨੇ। ਵਿਕਾਰ ਨੇ ਕਿੱਡੇ ਕਿੱਡੇ ਵੱਡੇ ਵੱਡੇ, ਜੋ ਸਾਡੇ ਆਤਮਿਕ ਜੀਵਨ ਵਿੱਚ ਰੋੜੇ ਅਟਕਾਉਂਦੇ ਨੇ। ਕਦੇ ਕਾਮ ਸਾਡੇ ਰਾਸਤੇ ਵਿੱਚ ਰੋੜਾ ਅਟਕਾ ਦਿੰਦਾ ਹੈ, ਕਦੇ ਕ੍ਰੋਧ ਅਟਕਾ ਦਿੰਦਾ ਹੈ, ਕਦੇ ਲੋਭ, ਕਦੇ ਮੋਹ, ਸਾਨੂੰ ਇਨਸਾਨੀਅਤ ਤੋਂ ਕਿੰਨਾ ਦੂਰ ਲੈ ਜਾਂਦੇ ਨੇ। ਪਰ ਜੇ ਅਸੀਂ ਰੱਬ ਦੇ ਦਰ ਦੇ ਹੋ ਜਾਈਏ ਨਾ, ਰੱਬ ਦੇ ਨਾਲ ਜੁੜ ਜਾਈਏ, ਰੱਬੀ ਰਜਾ ਦੇ ਵਿੱਚ ਰਵੀਏ, ਰੱਬੀ ਗੁਣ ਗਾਈਏ, ਤਾਂ ਫਿਰ ਇਹ ਵਿਕਾਰ ਸਾਨੂੰ ਰੋਕਦੇ ਨਹੀਂ। ਤਾਂ ਕਬੀਰ ਜੀ ਕਹਿੰਦੇ ਨੇ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਐਸੇ ਦਰ ਨੂੰ ਫਿਰ ਕਿਉਂ ਛੱਡੀਏ ਜਿਹੜਾ ਦਰਵਾਜ਼ਾ ਏਡਾ ਮਹਾਨ ਹੈ, ਗੁਰੂ ਦਾ ਦਰ, ਗੁਰੂ ਦੀ ਪਾਵਨ ਬਾਣੀ ਦੇ ਨਾਲੋਂ ਕਿਉਂ ਟੁੱਟੀਏ? ਜਿਹੜੀ ਗੁਰੂ ਦੀ ਪਾਵਨ ਬਾਣੀ ਇੰਨੀ ਮਹਾਨ ਹੈ, ਜਿਸ ਰੱਬ ਦੇ ਗੁਣ ਇੰਨੇ ਮਹਾਨ ਹੈ, ਜਿਸ ਰੱਬ ਦੀ ਰਜ਼ਾ ਇੰਨੀ ਮਹਾਨ ਹੈ, ਕਿ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣ ਦੇ ਨਾਲ ਕੋਈ ਰੋਕ ਰਾਹ ਦੇ ਵਿੱਚ ਪੈਂਦੀ ਹੋਈ ਨਹੀਂ। ਆਤਮਿਕ ਜੀਵਨ ਦੇ ਵਿੱਚ ਕੋਈ ਵਿਕਾਰ ਰੋੜਾ ਹੀ ਨਹੀਂ ਅਟਕਾ ਸਕਦਾ। ਔਰ ਤੁਸੀਂ ਇਤਿਹਾਸ ਪੜ੍ਹ ਕੇ ਵੇਖੋਗੇ, ਜੋ ਲੋਕ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਵੇ, ਉਹਨਾਂ ਦੇ ਰਾਸਤੇ ਵਿੱਚ ਨਾ ਤੇ ਆਰੇ ਹੀ ਰੋੜਾ ਬਣ ਸਕੇ, ਨਾ ਦੇਗਾਂ ਬਣ ਸਕੀਆਂ, ਨਾ ਚਰਖੜੀਆਂ ਬਣ ਸਕੀਆਂ, ਕੋਈ ਚੀਜ਼ ਅਟਕਾ ਸਕੀ, ਬਿਲਕੁਲ ਵੀ ਨਾ। ਉਹ ਆਪਣੇ ਆਤਮਿਕ ਜੀਵਨ ਦੇ ਅੰਦਰ ਸਫਲ ਹੋਏ। ਅੱਜ ਵੀ ਜਿਹੜੇ ਲੋਕ, ਇਸਤਰੀਆਂ, ਪੁਰਸ਼, ਬੱਚੀਆਂ, ਬੱਚੇ, ਬਜ਼ੁਰਗ, ਅੱਜ ਵੀ ਜੋ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਰਹੇ ਨੇ, ਉਹਨਾਂ ਦੇ ਜੀਵਨ ਵਿੱਚ ਵਿਕਾਰ ਰੋੜੇ ਨਹੀਂ ਅਟਕਾਉਂਦੇ। ਉਹ ਅੱਜ ਵੀ ਇਨਸਾਨੀਅਤ ਵਾਲੀ ਜ਼ਿੰਦਗੀ ਜੀ ਰਹੇ ਨੇ, ਜ਼ਮੀਰ ਵਾਲੀ ਜ਼ਿੰਦਗੀ ਜੀ ਰਹੇ ਨੇ। ਪਰ ਅੱਜ ਵੀ ਬਹੁ ਗਿਣਤੀ ਜਿਹੜੀ ਆ ਵਰਤਨ ਰਾਤਿਆਂ ਦੇ ਵਿੱਚ ਹੀ ਜਿਹੜੇ ਉਲਝੇ ਹੋਏ ਨੇ, ਕਰਮ ਕਾਂਡਾਂ ਵਿੱਚ ਹੀ ਉਲਝੇ ਹੋਏ ਨੇ, ਵਿਖਾਵੇ ਦੀਆਂ ਸਮਾਧੀਆਂ ਹੀ ਲਗਾ ਰਹੇ ਨੇ, ਉਹਨਾਂ ਦੇ ਜੀਵਨ ਵਿੱਚ ਅੱਜ ਵੀ ਰੋੜੇ ਨੇ, ਉਹ ਇਨਸਾਨੀਅਤ ਤੋਂ ਅੱਜ ਵੀ ਦੂਰ ਨੇ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਇਹੋ ਜਿਹਾ ਜੋ ਰੱਬ ਦਾ ਦਰ ਹੈ, ਉਹ ਛੱਡਣਾ ਨਹੀਂ ਚਾਹੀਦਾ। ਰੱਬੀ ਰਜਾ ਦੇ ਵਿੱਚ ਤੁਰਨਾ ਚਾਹੀਦਾ ਹੈ, ਰੱਬੀ ਗੁਣ ਗਾਣੇ ਚਾਹੀਦੇ ਨੇ, ਕਿਉਂਕਿ ਰੱਬੀ ਗੁਣ ਗਾਣ ਦੇ ਨਾਲ, ਰੱਬੀ ਰਜਾ ਦੇ ਅੰਦਰ ਤੁਰਨ ਨਾਲ, ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਵਿਆਂ ਵੱਡੇ ਤੋਂ ਵੱਡੇ ਵਿਕਾਰ ਵੀ ਸਾਡੇ ਆਤਮਿਕ ਜੀਵਨ ਦੇ ਅੰਦਰ ਰੋੜਾ ਨਹੀਂ ਬਣ ਸਕਦੇ। ਬੰਦਾ ਬੜੀ ਆਸਾਨੀ ਦੇ ਨਾਲ ਉਹਨਾਂ ਨੂੰ ਪਾਰ ਕਰ ਜਾਂਦਾ ਹੈ। ਅਗਲਾ ਬਚਨ, ਕਬੀਰ ਡੂਬਾ ਥਾ ਪੈ ਉਭਰਿਓ ਗੁਣ ਕੀ ਲਹਿਰ ਝਬਕ। ਇਹਨੂੰ ਝਬਕ ਨਹੀਂ ਪੜਨਾ, ਝਬਕ। ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹੋਂ ਫਰਕ। ਇਹਨੂੰ ਹੋ ਨਹੀਂ ਪੜਨਾ, ਹੋਂ ਪੜਨਾ ਹੈ। ਔਰ ਫਰਕ ਨਹੀਂ ਪੜਨਾ, ਫਰਕ। ਫਰਕ ਦਾ ਮਤਲਬ ਫੜਕ ਕਰਕੇ, ਛਾਲ ਮਾਰ ਕੇ। ਕਬੀਰ ਡੂਬਾ ਥਾ, ਇੱਥੇ ਵਿਸਰਾਮ ਲਗਾਵਾਂਗੇ। ਪੈ ਉਭਰਿਓ, ਇੱਥੇ ਵਿਸਰਾਮ ਲਗਾਵਾਂਗੇ। ਗੁਣ ਕੀ ਲਹਿਰ, ਇੱਥੇ ਥੋੜਾ ਜਿਹਾ ਰੁਕਾਂਗੇ। ਝਬਕ, ਇਹਨੂੰ ਥੋੜਾ ਜਿਹਾ ਅਲੱਗ ਪੜਾਂਗੇ। ਕਬੀਰ ਡੂਬਾ ਥਾ ਪੈ ਉਭਰਿਓ ਗੁਣ ਕੀ ਲਹਿਰ ਝਬਕ। ਜਰਜਰਾ ਦਾ ਮਤਲਬ, ਜਰਜਰਾ ਦਾ ਮਤਲਬ ਹੈਗਾ ਖੀਣ ਹੋਇਆ, ਬੜਾ ਪੁਰਾਣਾ। ਡੂਬਾ ਥਾ ਦਾ ਮਤਲਬ ਮੈਂ ਡੁੱਬ ਚੱਲਿਆ ਸਾਂ, ਡੁੱਬ ਰਿਹਾ ਸਾਂ, ਡੁੱਬ ਚੱਲਿਆ ਸਾਂ। ਪੈ ਦਾ ਅਰਥ ਹੈ ਪਰ, ਪੈ ਦਾ ਮਤਲਬ ਪਰ। ਉਭਰਿਓ ਦਾ ਮਤਲਬ ਨਿਕਲ ਆਇਆ, ਬਚ ਗਿਆ, ਡੁੱਬਣੋਂ ਬਚ ਗਿਆ। ਝਬਕ, ਝਬਕ ਦਾ ਮਤਲਬ ਝਬੱਕੇ ਦੇ ਨਾਲ। ਲਹਿਰ ਝਬਕ ਦਾ ਮਤਲਬ ਲਹਿਰਾਂ ਦੇ ਝਬੱਕੇ ਦੇ ਨਾਲ, ਲਹਿਰਾਂ ਦੇ ਧੱਕੇ ਨਾਲ।
ਗੁਣ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ, ਗੁਣ ਝਬਕ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਰੂਪ ਲਹਿਰਾਂ ਦੇ ਹੁਲਾਰੇ ਨਾਲ। ਇਹ ਸ਼ਲੋਕ ਨੂੰ ਸਮਝਣ ਲਈ ਤੁਸੀਂ ਥੋੜਾ ਜਿਹਾ ਸਮੁੰਦਰ ਵੱਲ ਧਿਆਨ ਦਿਓ। ਜਦੋਂ ਅਸੀਂ ਸੀ ਸਾਈਡ ਜਾਂਦੇ ਆ ਨਾ, ਤਾਂ ਸਮੁੰਦਰ ਦੇ ਵਿੱਚੋਂ ਲਹਿਰਾਂ ਆ ਰਹੀਆਂ ਨੇ, ਤਾਂ ਉਹ ਲਹਿਰਾਂ ਦੇ ਅੰਦਰ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਖਿੱਚ ਕੇ ਧੱਕੇ ਦੇ ਕੇ ਤੇ ਉਹ ਬਾਹਰ ਕੱਢ ਦਿੰਦੀਆਂ ਨੇ। ਗੰਦਗੀ ਪਈ ਹੁੰਦੀ ਨਾ ਬਾਹਰ, ਪੱਥਰ ਬੜੇ ਸਾਰੇ ਆ ਜਾਂਦੇ ਨੇ ਬਾਹਰ, ਸਿੱਪੀਆਂ ਆ ਜਾਂਦੀਆਂ ਨੇ ਬਾਹਰ, ਹੋਰ ਜਿਹੜਾ ਕੁਛ ਐਸਾ ਗੰਦਮੰਦ ਹੋਵੇ ਤਾਂ ਉਹ ਲਹਿਰ ਜਿਹੜੀ ਉਹਨੂੰ ਬਾਹਰ ਸੁੱਟ ਦਿੰਦੀ ਹੈ, ਬਾਹਰ ਲੈ ਆਉਂਦੀ ਹੈ। ਹੁਣ ਇੱਥੇ ਗੁਣਾਂ ਦੀ ਲਹਿਰ ਹੈ। ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਸੰਸਾਰ ਸਮੁੰਦਰ ਵਿੱਚ ਮੈਂ ਡੁੱਬ ਚੱਲਿਆ ਸਾਂ। ਕਬੀਰ ਡੂਬਾ ਥਾ, ਡੁੱਬ ਚੱਲਿਆ ਸਾਂ, ਪੈ ਉਭਰਿਓ ਗੁਣ ਕੀ ਲਹਿਰ ਚ ਵਕ, ਪਰ ਪ੍ਰਭੂ ਦੀ ਸਿਫਤ ਸਲਾਹ ਦੀ ਲਹਿਰ ਦੇ ਧੱਕੇ ਨਾਲ ਸੰਸਾਰਕ ਮੋਹ ਦੀਆਂ ਠਿੱਲਾਂ ਵਿੱਚੋਂ ਮੈਂ ਉਤਾਂ ਚੁੱਕਿਆ ਗਿਆ, ਮੈਂ ਬਚ ਗਿਆ। ਡੁੱਬ ਚੱਲਿਆ ਸੀ ਵਿਕਾਰਾਂ ਦੀਆਂ ਲਹਿਰਾਂ ਵਿੱਚ, ਪਰ ਪ੍ਰਭੂ ਦੇ ਗੁਣ ਦੀ ਲਹਿਰ ਇੱਕ ਐਸੀ ਆਈ ਕਿ ਉਹਨੇ ਚੁੱਕ ਕੇ ਮੈਨੂੰ ਸਮੁੰਦਰ ਚੋਂ ਬਾਹਰ ਸੁੱਟਤਾ, ਵਿਕਾਰਾਂ ਚੋਂ। ਸਮਝ ਗਏ ਨਾ ਕਿ ਪ੍ਰਭੂ ਦੇ ਗੁਣਾਂ ਦੀਆਂ ਲਹਿਰਾਂ ਨੇ, ਪ੍ਰਭੂ ਦੇ ਗੁਣਾਂ ਦੀ ਲਹਿਰ ਦੇ ਝਬੱਕੇ ਨਾਲ ਮੈਂ ਇਹਨਾਂ ਵਿਕਾਰਾਂ ਤੋਂ ਬਚ ਗਿਆ। ਯਾਨੀ ਜੇ ਅਸੀਂ ਇਸ ਸੰਸਾਰ ਦੇ ਅੰਦਰੋਂ ਵਿਕਾਰਾਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ। ਰੱਬੀ ਗੁਣ ਜਿਹੜੇ ਨੇ ਸਾਨੂੰ ਵਿਕਾਰਾਂ ਦੀ ਲਹਿਰ ਤੋਂ, ਸਮੁੰਦਰ ਵਿੱਚ ਡੁੱਬਣ ਤੋਂ ਬਚਾ ਸਕਦੇ ਨੇ। ਤੇ ਉਹ ਸਮੁੰਦਰ ਬਾਹਰ ਨਹੀਂ ਹੈ, ਉਹ ਸਮੁੰਦਰ ਸਾਡੇ ਅੰਦਰ ਹੈ। ਕਾਮ, ਕ੍ਰੋਧ, ਲੋਭ, ਮੋਹ, ਈਰਖਾ, ਦਵੇਸ਼, ਜਿੰਨੇ ਵੀ ਵਿਕਾਰ ਨੇ, ਸਾਡੀ ਸੁਰਤ ਉਹਦੇ ਵਿੱਚ ਗੋਤੇ ਖਾ ਰਹੀ ਹੈ। ਜਦੋਂ ਅਸੀਂ ਆਪਣੀ ਸੁਰਤ ਨੂੰ ਰੱਬੀ ਗੁਣਾਂ ਦੇ ਨਾਲ ਜੋੜਾਂਗੇ ਤਾਂ ਰੱਬੀ ਗੁਣਾਂ ਦੇ ਝਬੱਕੇ ਨਾਲ ਉਹ ਸੁਰਤ ਸਾਡੀ ਜਿਹੜੀ ਹੈ, ਸੋਚ ਸਾਡੀ ਹੈ, ਵਿਕਾਰਾਂ ਚੋਂ ਬਾਹਰ ਆ ਜਾਏਗੀ। ਜਬ ਦੇਖਿਓ ਬੇੜਾ ਜ਼ਰਜ਼ਰਾ ਤਬ ਉਤਰ ਪਰਿਓ ਹੂੰ ਫਰਕ। ਫਰਕ ਦਾ ਮਤਲਬ ਫੜਕ ਕਰਕੇ, ਛਾਲ ਮਾਰ ਕੇ, ਯਾਨੀ ਬਹੁਤ ਜਲਦੀ, ਫਟਾਫਟ। ਤਾਂ ਕਬੀਰ ਜੀ ਕਹਿੰਦੇ ਨੇ, ਜਦੋਂ ਮੈਂ ਵੇਖਿਆ, ਪਹਿਲਾਂ ਮੈਂ ਮੋਹ ਮਾਇਆ ਵਿੱਚ ਮਸਤ ਸਾਂ, ਹੁਣ ਅੱਖਾਂ ਖੋਲਾਈਆਂ, ਉਸ ਵੇਲੇ ਮੈਂ ਵੇਖਿਆ ਕਿ ਜੇ ਸਰੀਰਕ ਮੋਹ ਦੇ ਬੇੜੇ ਵਿੱਚ ਮੈਂ ਸਵਾਰ ਹਾਂ, ਇਹ ਬੇੜਾ ਤੇ ਬੜਾ ਜਰਜਰਾ ਹੋਇਆ ਹੈ, ਵਿਕਾਰਾਂ ਦੇ ਛੇਕ ਨੇ ਇਹਦੇ ਵਿੱਚ, ਮੇਰੇ ਜੀਵਨ ਵਿੱਚ। ਤਾਂ ਕਬੀਰ ਜੀ ਕਹਿੰਦੇ ਨੇ, ਮੈਂ ਛਾਲ ਮਾਰ ਕੇ ਉਹਦੇ ਚੋਂ ਉਤਰ ਗਿਆ। ਜਿਹੜੀ ਮਾੜੀ ਸੋਚ ਸੀ ਨਾ, ਕਾਮ, ਕ੍ਰੋਧ, ਲੋਭ, ਮੋਹ ਸਨ, ਮੈਂ ਛਲਾਂਗ ਲਗਾ ਕੇ ਇਹਨਾਂ ਤੋਂ ਬਾਹਰ ਹੋ ਗਿਆ, ਮੈਂ ਗੁਣਾਂ ਵਾਲੇ ਬੇੜੇ ਦੇ ਉੱਤੇ ਚੜ ਗਿਆ। ਆਪਣੀ ਸੋਚ ਹੀ ਬਦਲਣੀ ਹੈ। ਛੇਕ ਸਨ ਬੇੜੇ ਦੇ, ਜੀਵਨ ਦੇ ਬੇੜੇ ਵਿੱਚ, ਲੋਭ ਦਾ, ਕ੍ਰੋਧ ਦਾ, ਮੋਹ ਦਾ, ਚੁਗਲੀਆਂ ਦਾ, ਨਿੰਦਿਆ ਦਾ, ਨੈਗੇਟਿਵਿਟੀ ਦਾ, ਸੁਪਰੀਓਰਿਟੀ ਕੰਪਲੈਕਸ ਦਾ, ਇਨਫੀਰੀਓਰਿਟੀ ਕੰਪਲੈਕਸ ਦੇ ਕਿੰਨੇ ਵੱਡੇ ਛੇਕ ਸਨ। ਜਦੋਂ ਮੈਂ ਵੇਖਿਆ ਕਿ ਮੇਰੇ ਜੀਵਨ ਦਾ ਇਹ ਢੰਗ ਤੇ ਮੈਨੂੰ ਡੋਬ ਰਿਹਾ ਹੈ, ਤਾਂ ਮੈਂ ਫੜਕ ਕਰਕੇ, ਛਾਲ ਮਾਰ ਕੇ ਉਤਰ ਗਿਆ ਇਸ ਬੇੜੇ ਤੋਂ ਤੇ ਸ਼ੁਭ ਗੁਣਾਂ ਦੇ ਨਾਲ ਜੁੜ ਗਿਆ। ਕਬੀਰ, ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਭਗਤ ਦਾ ਮਤਲਬ ਭਗਤੀ, ਭਾਵਈ ਦਾ ਮਤਲਬ ਸੁਖਾਂਦੀ ਨਹੀਂ ਹੈ, ਚੰਗੀ ਨਹੀਂ ਲੱਗਦੀ। ਹੁਣ ਦੇਖੋ, ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਪ੍ਰਭੂ ਦੇ ਦਰ ਤੇ ਟਿਕੇ ਰਹਿਣ ਨਾਲ, ਪ੍ਰਭੂ ਦੀ ਸਿਫਤ ਸਲਾਹ ਕੀਤਿਆਂ, ਰੱਬੀ ਗੁਣ ਗਾਇਆਂ, ਰੱਬੀ ਰਜਾ ਵਿੱਚ ਰਹਾਂ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵਿਆਂ, ਅਸੀਂ ਸੰਸਾਰ ਦੇ ਵਿਕਾਰਾਂ ਵਿੱਚ ਡੁੱਬਣ ਤੋਂ ਬਚ ਸਕਦੇ ਹਾਂ। ਸਾਡੀ ਜ਼ਿੰਦਗੀ ਵਿੱਚ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਆ ਸਕਦੀ ਹੈ। ਇਹ ਹਰ ਇਨਸਾਨ ਨੂੰ ਪਤਾ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਫਿਰ ਵੀ ਜਿਹੜੇ ਵਿਕਾਰੀ ਬੰਦੇ ਨੇ, ਪਤਾ ਹੁੰਦਿਆਂ ਸੁਣਦਿਆਂ ਵੀ ਜਿਹੜੇ ਵਿਕਾਰੀ ਬੰਦੇ ਨੇ, ਪਾਪੀ ਦਾ ਮਤਲਬ ਜਿਨ੍ਹਾਂ ਦੀ ਸੁਰਤ ਪਾਪਾਂ ਵਾਲੀ ਹੈ, ਵਿਕਾਰ ਜੋ ਕਮਾ ਰਹੇ ਨੇ, ਉਹਨਾਂ ਨੂੰ ਫਿਰ ਵੀ ਰੱਬ ਦੇ ਗੁਣ ਚੰਗੇ ਨਹੀਂ ਲੱਗਦੇ। ਇੱਥੇ ਭਗਤ ਦਾ ਮਤਲਬ ਮਾਲਾ ਫੇਰਨੀ ਨਹੀਂ, ਇੱਥੇ ਭਗਤੀ ਦਾ ਮਤਲਬ ਜੰਗਲਾਂ ਵਿੱਚ ਜਾਣਾ ਨਹੀਂ। ਭਗਤ ਦਾ ਮਤਲਬ ਹੈ ਰੱਬੀ ਰਜਾ ਵਿੱਚ ਤੁਰਨਾ, ਰੱਬੀ ਗੁਣਾਂ ਦੇ ਧਾਰਨੀ ਹੋਣਾ। ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਫਿਰ ਵੀ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਵਿਕਾਰੀ ਬੰਦੇ ਨੇ, ਉਹਨਾਂ ਨੂੰ ਰੱਬੀ ਗੁਣ ਚੰਗੇ ਨਹੀਂ ਲੱਗਦੇ। ਹਾਲਾਂਕਿ ਪਤਾ ਹੈ ਕਿ ਗੁਣਾਂ ਵਾਲੀ ਜ਼ਿੰਦਗੀ ਜੀਵਿਆਂ ਸਾਡਾ ਜੀਵਨ ਠੀਕ ਹੋ ਸਕਦਾ ਹੈ, ਸਾਰਿਆਂ ਨੂੰ ਪਤਾ ਹੈ, ਮੈਨੂੰ ਵੀ, ਤੁਹਾਨੂੰ ਵੀ, ਹੋਰ ਸਾਰਿਆਂ ਨੂੰ ਵੀ। ਹਰ ਬੰਦੇ ਨੂੰ ਪਤਾ ਹੈ ਕਿ ਨਿੰਦਾ ਚੁਗਲੀ ਕਰਨੀ ਮਾੜੀ ਗੱਲ ਹੈ, ਲੇਕਿਨ ਫਿਰ ਵੀ ਲੋਕ ਨਹੀਂ ਨਾ ਛੱਡਦੇ ਪਏ ਕੰਮ। ਫਿਰ ਵੀ ਲੋਕ ਐਸੇ ਕਰਮ ਜਿਹੜੇ ਨੇ ਉਹ ਕਰੀ ਜਾ ਰਹੇ ਨੇ। ਕਬੀਰ, ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਉਹਨਾਂ ਨੂੰ ਰੱਬੀ ਗੁਣ ਜਿਹੜੇ ਨੇ ਚੰਗੇ ਨਹੀਂ ਲੱਗਦੇ।
ਪਤਾ ਹੈ ਕਿ ਜੇ ਅਸੀਂ ਗੁਣਾਂ ਦੀ ਗੱਲ ਕਰਾਂਗੇ, ਗੁਣਾਂ ਵਾਲੀ ਜ਼ਿੰਦਗੀ ਜੀਵਾਂਗੇ ਤਾਂ ਸਾਡੇ ਜੀਵਨ ਸੌਖਾ ਹੋ ਜਾਏਗਾ। ਤੀਰਥਾਂ ਤੇ ਉੱਤੇ ਫਿਰਨ ਦਾ, ਵਰਤਨ ਰਾਤਿਆਂ ਦਾ, ਜਪ ਤਪ ਸੰਜਮ ਦਾ ਸਾਨੂੰ ਕੋਈ ਲਾਭ ਨਹੀਂ ਹੋ ਰਿਹਾ, ਵਿਕਾਰਾਂ ਦਾ ਲਾਭ ਨਹੀਂ ਹੋ ਰਿਹਾ। ਪਰ ਫਿਰ ਵੀ ਉਹਨਾਂ ਨੂੰ ਇਹ ਗੁਣ ਚੰਗੇ ਨਹੀਂ ਲੱਗਦੇ। ਉਹਨਾਂ ਦੀ ਆਦਤ ਕੈਸੀ ਬਣ ਗਈ ਹੈ? ਮਾਖੀ ਚੰਦਨ ਪਰ ਹਰੈ। ਪਰ ਹਰੈ ਦਾ ਮਤਲਬ ਤਿਆਗ ਕਰ ਦਿੰਦੀ ਹੈ। ਜਹ ਦਾ ਮਤਲਬ ਜਿੱਥੇ, ਬਿਗੰਧ ਦਾ ਮਤਲਬ ਹੁੰਦਾ ਹੈ ਬਦਬੂ, ਮਾਖੀ ਦਾ ਮਤਲਬ ਮੱਖੀ। ਵਿਕਾਰੀ ਬੰਦੇ ਦਾ ਸੁਭਾਅ ਮੱਖੀ ਵਾਲਾ ਹੁੰਦਾ ਹੈ। ਮੱਖੀ ਕਦੇ ਚੰਦਨ ਦੇ ਰੁੱਖ ਤੇ ਨਹੀਂ ਬਹਿੰਦੀ, ਖੁਸ਼ਬੂ ਜਿਹੜੀ ਹੋਏਗੀ ਉੱਥੇ ਨਹੀਂ ਬਹਿਗੀ, ਪਰਫਿਊਮ ਦੀ ਸ਼ੀਸ਼ੀ ਤੇ ਨਹੀਂ ਬੈਠੇਗੀ। ਜਹ ਬਿਗੰਧ ਤਹ ਜਾਏ, ਜਿੱਥੇ ਬਦਬੂ ਹੋਏਗੀ ਉੱਥੇ ਮੱਖੀ ਬੈਠੇਗੀ। ਮੱਖੀ ਵਿਸ਼ਟਾ ਤੇ ਬੈਠੇਗੀ, ਮੱਖੀ ਦਾਗ ਤੇ ਬੈਠੇਗੀ, ਮੱਖੀ ਗੰਦਗੀ ਤੇ ਬੈਠੇਗੀ। ਜਿੱਥੇ ਬਦਬੂ ਹੋਏਗੀ ਉੱਥੇ ਜਾਏਗੀ। ਮੱਖੀ ਦਾ ਸੁਭਾਅ ਹੈ। ਤਾਂ ਕਬੀਰ ਜੀ ਕਹਿੰਦੇ ਨੇ ਵਿਕਾਰੀ ਬੰਦਿਆਂ ਦਾ ਇਹ ਸੁਭਾਅ ਬਣ ਜਾਂਦਾ ਹੈ। ਉਹ ਸ਼ੁਭ ਗੁਣਾਂ ਦੇ ਨਾਲ ਨਹੀਂ ਜੁੜਦੇ। ਜਿੱਥੇ ਬਦਬੂ ਹੋਏਗੀ, ਜਿੱਧਰ ਵਿਕਾਰ ਹੋਣਗੇ, ਉਧਰ ਹੀ ਜਾਣਗੇ, ਸੱਚ ਦੀ ਗੱਲ ਨਹੀਂ ਕਰਨਗੇ। ਸੁਭਾਅ ਹੈ। ਸਾਨੂੰ ਗੁਰਬਾਣੀ ਵਿੱਚ ਹੋਰ ਥਾਂ ਵੀ ਸਮਝਾਇਆ ਗਿਆ ਹੈ ਕਿ ਇਹ ਬੰਦਿਆਂ ਤੋਂ ਤੇ ਆਪਣਾ ਸੁਭਾਅ ਹੀ ਚਿੱਚੜ ਵਾਲਾ ਬਣਾ ਲਿਆ ਹੈ। ਆਪਣਾ ਆਪ ਤੋਂ ਕਹੋ ਨਾ ਛੋਟਸ ਪਿਸਨ ਪ੍ਰੀਤ ਜਿਉ ਰੇ। ਜਿਵੇਂ ਮੱਝ ਦੇ ਥਣ ਦੇ ਉੱਤੇ ਲੱਗਾ ਹੋਏ ਨਾ ਚਿੱਚੜ, ਕੱਟੀ ਕੱਟਾ ਉਥੋਂ ਦੁੱਧ ਪੀਂਦਾ ਹੈ, ਲੇਕਿਨ ਉਹ ਦੁੱਧ ਦੇ ਸੋਮੇ ਦੇ ਉੱਤੇ ਹੁੰਦਾ ਵੀ ਖੂਨ ਪੀਂਦਾ, ਕਿਉਂਕਿ ਸੁਭਾਅ ਹੈ ਨਾ ਖੂਨ ਪੀਣ ਦਾ। ਉਹ ਦੁੱਧ ਦਾ ਆਨੰਦ ਨਹੀਂ ਮਾਣਦਾ, ਖੂਨ ਪੀਂਦਾ। ਇਸੇ ਤਰ੍ਹਾਂ ਜਿੰਨੇ ਵੀ ਸ਼ੁਭ ਗੁਣ ਨੇ ਇਹ ਦੁੱਧ ਦੀ ਤਰ੍ਹਾਂ ਨੇ। ਪਰ ਬੰਦਾ ਸ਼ੁਭ ਗੁਣਾਂ ਦਾ, ਸੱਚ ਦਾ ਧਾਰਨੀ ਨਾ ਹੋ ਕੇ, ਸੱਚ ਦਾ ਆਨੰਦ ਨਾ ਮਾਣ ਕੇ ਵਿਕਾਰਾਂ ਦਾ ਖੂਨ ਪੀ ਰਿਹਾ ਹੈ, ਦੂਜਿਆਂ ਦੇ ਹੱਕ ਖਾ ਰਿਹਾ ਹੈ। ਐਸਾ ਸੁਭਾਅ ਜਿਹੜਾ ਪਾਪੀ ਬੰਦੇ ਦਾ ਬਣ ਜਾਂਦਾ ਹੈ। ਤਾਂ ਸਾਨੂੰ ਇੱਥੇ ਉਪਦੇਸ਼ ਦੇ ਰਹੇ ਨੇ ਕਿ ਪਿਆਰਿਓ, ਆਪਣੇ ਸੁਭਾਅ ਨੂੰ ਬਦਲੋ, ਮੱਖੀ ਵਾਲਾ ਸੁਭਾਅ ਨਾ ਬਣਾਓ। ਚੰਦਨ ਦੀ ਸ਼ੀਤਲਤਾ ਦਾ ਆਨੰਦ ਮਾਣੋ, ਚੰਦਨ ਦੀ ਸੁਗੰਧ ਆਪਣੇ ਅੰਦਰ ਪੈਦਾ ਕਰੋ। ਆਪਣੀ ਬਿਰਤੀ, ਆਪਣੀ ਸੋਚ ਚੰਗੇ ਗੁਣਾਂ ਦੇ ਨਾਲ ਜੋੜੋ। ਇਹ ਮੱਖੀ ਵਾਲਾ ਸੁਭਾਅ ਚੰਗਾ ਨਹੀਂ ਹੈ, ਕਿਉਂਕਿ ਇਹਨਾਂ ਅਵਗੁਣਾਂ ਦੇ ਵਿੱਚੋਂ ਕਦੇ ਵੀ ਜੀਵਨ ਵਿੱਚ ਸੁੱਖ ਸ਼ਾਂਤੀ ਨਹੀਂ ਆ ਸਕਦੀ। ਮਿੱਟੀ ਦੇ ਪੁਤਲਿਆਂ, ਜੇ ਮਨੁੱਖ ਨਾਮ ਰੱਖਿਆ ਹੈ ਤਾਂ ਬੰਦਿਆਂ ਵਾਲੇ ਕਰਮ ਵੀ ਕਰੋ। ਅਗਲੀ ਗੱਲ ਕਰ ਰਹੇ ਨੇ ਕਬੀਰ। ਇੱਥੇ ਥੋੜਾ ਜਿਹਾ ਰੁਕਾਂਗੇ। ਕਬੀਰ ਵੈਦ ਮੂਆ, ਰੋਗੀ ਮੂਆ, ਮੂਆ ਸਭ ਸੰਸਾਰ, ਏਕ ਕਬੀਰਾ ਨਾ ਮੂਆ, ਜਿਹ ਨਾਹੀ ਰੋਵਨ ਹਾਰ। ਤਾਂ ਮੂਆ ਪੜਨ ਲੱਗਿਆ ਥੋੜਾ ਜਿਹਾ ਖਿਆਲ ਰੱਖਣਾ ਹੈ, ਮੂਆ ਨਹੀਂ ਪੜਨਾ। ਜਦੋਂ ਅਸੀਂ ਮੂਆ ਬੋਲਦੇ ਆ ਨਾ ਤਾਂ ਦੁਲੈਂਕੜ ਦੀ ਜਗ੍ਹਾ ਤੇ ਔਂਕੜ ਬੋਲ ਜਾਂਦਾ ਮੂਆ। ਇਹਨੂੰ ਬੋਲਣਾ ਹੈ ਮੂਆ। ਕਬੀਰ ਵੈਦ ਮੂਆ, ਰੋਗੀ ਮੂਆ, ਮੂਆ ਸਭ ਸੰਸਾਰ। ਵੈਦ ਦਾ ਮਤਲਬ ਹੈ ਵੈਦ, ਡਾਕਟਰ, ਜੋ ਰੋਗੀਆਂ ਦਾ ਇਲਾਜ ਕਰਦਾ ਹੈ, ਜਿਹੜਾ ਰੋਗੀਆਂ ਦਾ ਇਲਾਜ ਕਰ ਰਿਹਾ ਹੈ। ਤੇ ਉਹ ਵੈਦ ਇੱਥੇ ਸਰੀਰਕ ਵੈਦ ਦੀ ਗੱਲ ਨਹੀਂ ਕੀਤੀ ਜਾ ਰਹੀ। ਜਿਹੜੇ ਦਵਾਈਆਂ ਦੇਣ ਵਾਲੇ ਡਾਕਟਰ, ਵੈਦ ਹਕੀਮ ਨੇ, ਉਹਨਾਂ ਦੀ ਗੱਲ ਨਹੀਂ। ਇੱਥੇ ਵੈਦ ਹੈ ਜਿਹੜਾ ਵਿਕਾਰੀਆਂ ਨੂੰ ਉਪਦੇਸ਼ ਕਰਦਾ। ਜਿਵੇਂ ਹੁਣ ਮੈਂ ਵਿਚਾਰ ਕਰ ਰਿਹਾ ਹਾਂ, ਮੈਂ ਤੁਹਾਨੂੰ ਉਪਦੇਸ਼ ਦੇ ਰਿਹਾ ਹਾਂ, ਗੁਰਬਾਣੀ ਦੀ ਕਥਾ ਕਰਕੇ ਦੂਜਿਆਂ ਨੂੰ ਮੈਂ ਸਮਝਾ ਰਿਹਾ ਹਾਂ, ਤਾਂ ਇੱਥੇ ਮੈਂ ਵੈਦ ਹੋ ਗਿਆ। ਜਿਹੜੇ ਲੋਕ ਦੂਜਿਆਂ ਨੂੰ ਉਪਦੇਸ਼ ਕਰਕੇ ਆਤਮਿਕ ਮੌਤ ਤੋਂ ਬਚਾਉਣ ਦਾ ਯਤਨ ਕਰਦੇ ਨੇ, ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ। ਮੂਆ ਦਾ ਮਤਲਬ ਰੋ ਰੋ ਕੇ ਮਰ ਗਿਆ, ਆਤਮਿਕ ਮੌਤ ਸਹਿੜ ਲਈ। ਰੋਗੀ ਮੂਆ, ਰੋਗੀ ਦਾ ਮਤਲਬ ਜਿਹੜੇ ਵਿਕਾਰੀ ਲੋਕ ਨੇ, ਜਿਨ੍ਹਾਂ ਨੂੰ ਉਪਦੇਸ਼ ਦੇ ਰਿਹਾ ਹੈ ਕਿ ਤੁਸੀਂ ਇੰਜ ਦੀ ਜ਼ਿੰਦਗੀ ਜੀਵੋ ਤੇ ਤੁਸੀਂ ਆਤਮਿਕ ਮੌਤ ਤੋਂ ਬਚ ਜਾਓਗੇ। ਉਹ ਵੀ ਰੋਗੀ ਵੀ ਮਰ ਗਿਆ। ਮੂਆ ਸਭ ਸੰਸਾਰ, ਤੇ ਇਸ ਰਾਹ ਦੇ ਉੱਤੇ ਤੁਰਨ ਵਾਲਾ ਸਾਰਾ ਸੰਸਾਰ ਵੀ ਮਰ ਗਿਆ। ਸਾਰਾ ਸੰਸਾਰ ਵੀ ਮਰ ਗਿਆ। ਇੱਥੇ ਸਾਰੇ ਸੰਸਾਰ ਦਾ ਮਤਲਬ ਇਹ ਨਹੀਂ ਕਿ ਹਰ ਇਨਸਾਨ। ਇੱਥੇ ਸਾਰੇ ਸੰਸਾਰ ਦਾ ਮਤਲਬ ਹੈ ਕਿ ਸੰਸਾਰ ਦਾ ਹਰ ਉਹ ਬੰਦਾ, ਸੰਸਾਰ ਦਾ ਹਰ ਉਹ ਬੰਦਾ ਜਿਹੜਾ ਇਸ ਟਾਈਪ ਦੀ ਜ਼ਿੰਦਗੀ ਜੀ ਰਿਹਾ ਹੈ। ਇਹ ਆਪਾਂ ਹੁਣ ਥੱਲੇ ਵਿਚਾਰ ਕਰਦੇ ਹਾਂ। ਕਬੀਰ ਜੀ ਆਖਦੇ ਨੇ ਕਿ ਮਾਇਕ ਭੋਗਾਂ ਦੀ ਖਾਤਰ ਖੱਪ ਖੱਪ ਕੇ ਸਾਰਾ ਜਗਤ ਸੰਸਾਰ ਸਮੁੰਦਰ ਵਿੱਚ ਡੁੱਬ ਕੇ, ਮਾਇਆ ਮੋਹ ਵਿੱਚ ਡੁੱਬ ਕੇ ਆਤਮਿਕ ਮੌਤੇ ਮਰ ਰਿਹਾ ਹੈ। ਹੁਣ ਆਤਮਿਕ ਮੌਤੇ ਕੌਣ ਮਰ ਰਿਹਾ ਹੈ? ਸਾਰਾ ਸੰਸਾਰ ਦਾ ਮਤਲਬ ਸੰਸਾਰ ਦਾ ਹਰ ਉਹ ਮਨੁੱਖ ਜੋ ਵਿਕਾਰਾਂ ਵਿੱਚ ਖਚਤ ਹੈ, ਜੋ ਅੰਦਰੋਂ ਹੋਰ ਹੈ, ਬਾਹਰੋਂ ਹੋਰ ਹੈ।
ਜੋ ਸਚਿਆਰ ਨਹੀਂ ਬਣਿਆ, ਜੋ ਸੱਚ ਦੇ ਨਾਲ ਨਹੀਂ ਜੁੜਿਆ, ਜਿਸ ਦੀ ਸੁਰਤ, ਜਿਸ ਦੀ ਸੋਚ ਸੱਚੀ ਨਹੀਂ ਹੈ, ਇਨਸਾਨੀਅਤ ਨਹੀਂ ਹੈ, ਉਹ ਹਰ ਬੰਦਾ ਹੀ ਆਤਮਿਕ ਮੌਤ ਤੇ ਮਰਿਆ ਹੋਇਆ ਹੈ। ਜੋ ਬੇਗਾਨੇ ਹੱਕ ਖਾਂਦਾ ਹੈ, ਚੋਰੀਆਂ ਕਰਦਾ ਹੈ, ਬੇਈਮਾਨੀ ਕਰਦਾ ਹੈ, ਕਿਸੇ ਦੀ ਬਦਖੋਈ ਕਰਦਾ ਹੈ, ਨਿੰਦਾ ਚੁਗਲੀ ਦੇ ਵਿੱਚ ਖਚਤ ਹੈ, ਤਾਂ ਉਹ ਆਤਮਿਕ ਮੌਤ ਤੇ ਮਰਿਆ ਹੋਇਆ ਹੈ। ਕਿਉਂਕਿ ਆਤਮਿਕ ਮੌਤ ਦੀ ਆਪਾਂ ਕਾਫੀ ਲੰਬੀ ਚੌੜੀ ਵਿਆਖਿਆ ਪਹਿਲਾਂ ਕਰ ਚੁੱਕੇ ਹਾਂ। ਤਾਂ ਹਰ ਬੰਦਾ ਹੀ ਆਤਮਿਕ ਮੌਤ ਤੇ ਮਰਿਆ ਪਿਆ ਹੈ, ਜਿਹੜਾ ਬੰਦਾ ਵਿਕਾਰਾਂ ਵਿੱਚ ਫਸਿਆ ਪਿਆ ਹੈ। ਇੱਕ ਤਾਂ ਉਹ ਬੰਦੇ ਨੇ ਜਿਹੜੇ ਅਣਜਾਣ ਨੇ, ਇੱਕ ਤਾਂ ਉਹ ਨੇ ਜਿਹੜੇ ਅਣਜਾਣ ਨੇ, ਜਿਨ੍ਹਾਂ ਨੂੰ ਪਤਾ ਨਹੀਂ ਹੈ, ਉਹ ਤੇ ਵਿਕਾਰਾਂ ਦੇ ਵਿੱਚ ਖਚਤ ਹੈ ਹੀ ਨੇ, ਉਹ ਤੇ ਆਤਮਿਕ ਮੌਤ ਤੇ ਮਰੇ ਹੀ ਹੋਏ ਨੇ। ਤੇ ਦੂਜੇ ਨੇ ਵਿਦਵਾਨ ਪੰਡਤ, ਜੋ ਐਸੇ ਲੋਕਾਂ ਨੂੰ ਉਪਦੇਸ਼ ਕਰਦੇ ਨੇ, ਪਰ ਹਾਲਾਤ ਦੋਵਾਂ ਦੀ ਇੱਕੋ ਜਿਹੀ ਹੈ। ਇਹਨਾਂ ਸਾਰਿਆਂ ਦੀ ਜਿਹੜੀ ਦੌੜ ਭੱਜ ਹੈ ਨਾ, ਉਹ ਸਿਰਫ ਭੋਗਾਂ ਵਾਸਤੇ ਹੀ ਹੈ, ਰਸਾਂ ਵਾਸਤੇ ਹੀ ਹੈ। ਆਪੋ ਆਪਣੇ ਗਿਆਨ ਇੰਦਰੀਆਂ ਦੇ ਵਿਸ਼ੇ ਭੋਗਾਂ ਦੇ ਵਿੱਚ ਲੱਗੇ ਹੋਏ ਨੇ। ਕੰਨਾਂ ਦੇ ਨਾਲ ਮੰਨ ਲਓ ਮੈਂ ਵੀ ਨਿੰਦਿਆ ਸੁਣਦਾ ਹਾਂ ਕਿਸੇ ਦੀ, ਹੁਣ ਮੈਂ ਕਥਾ ਕਰ ਰਿਹਾ, ਹੁਣ ਤਾਂ ਠੀਕ ਹੈ, ਲੇਕਿਨ ਕਥਾ ਤੋਂ ਬਾਅਦ ਜਦੋਂ ਮੈਂ ਆਪਣੇ ਰੂਮ ਵਿੱਚ ਜਾਣਾ ਹੈ ਜਾਂ ਆਮ ਜ਼ਿੰਦਗੀ ਜੀਣੀ ਹੈ, ਤਾਂ ਉਦੋਂ ਮੈਨੂੰ ਵੀ ਰਸ ਆਉਣਾ ਹੈ ਨਿੰਦਿਆ ਸੁਣ ਕੇ। ਉਦੋਂ ਮੈਂ ਵੀ ਕਿਸੇ ਦੀ ਬਦਖੋਈ ਕਰਨੀ ਹੈ, ਮੈਂ ਵੀ ਝੂਠ ਬੋਲਣੇ ਨੇ, ਜ਼ਬਾਨ ਦੇ ਰਸ ਦੇ ਚਸਕਿਆਂ ਵਿੱਚ ਮੈਂ ਵੀ ਫਸਿਆ ਵਾਂ, ਤਾਂ ਮੈਂ ਵੀ ਆਤਮਿਕ ਮੌਤ ਤੇ ਮਰ ਗਿਆ ਨਾ। ਤੇ ਜਿਹੜੇ ਮਰੇ ਹੋਏ ਨੇ ਉੱਤੇ ਪਹਿਲਾਂ ਹੀ ਮਰੇ ਹੋਏ ਨੇ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਜੇਕਰ ਤੁਹਾਡਾ ਗੋਲ ਸੱਚ ਨਹੀਂ, ਜੇਕਰ ਗੋਲ ਸਚਿਆਰ ਹੋਣਾ ਨਹੀਂ, ਤਾਂ ਉਪਦੇਸ਼ ਕਰਨ ਵਾਲਾ ਵੀ ਔਰ ਉਪਦੇਸ਼ ਸੁਣਨ ਵਾਲੇ ਵੀ ਸਾਰੇ ਹੀ ਵਿਕਾਰਾਂ ਦੇ ਵਿੱਚ ਆਤਮਿਕ ਮੌਤ ਤੇ ਮਰੇ ਹੋਏ ਨੇ, ਜੇਕਰ ਉਹ ਅਮਲ ਨਹੀਂ ਕਰਦੇ। ਮੰਨ ਲਓ ਸਪੋਜ਼ ਇਸ ਚੀਜ਼ ਨੂੰ ਸਮਝਣ ਵਾਸਤੇ ਅਸੀਂ ਰੋਜ਼ ਪੰਕਤੀ ਵਰਤ ਰਹੇ ਹਾਂ, ਗੁਰੂ ਜੀ ਕਹਿੰਦੇ ਨੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਹੁਣ ਗੁਰੂ ਜੀ ਨੇ ਬਚਨ ਕਿਹਾ, ਤੇ ਜੇ ਅਸੀਂ ਮੰਨਿਆ ਨਹੀਂ ਇਸ ਚੀਜ਼ ਨੂੰ, ਤਾਂ ਫਿਰ ਆਤਮਿਕ ਮੌਤ ਤੇ ਮਰ ਗਏ ਨਾ। ਕਿਉਂਕਿ ਮੈਂ ਕਹਿ ਰਿਹਾ ਹਾਂ ਕਿ ਸੱਚ ਬੋਲਣਾ ਚਾਹੀਦਾ, ਲੇਕਿਨ ਮੈਂ ਸੱਚ ਬੋਲਦਾ ਨਹੀਂ, ਤਾਂ ਆਤਮਿਕ ਮੌਤ ਤੇ ਮਰ ਗਿਆ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਜੋ ਆਪ ਖੁਦਰਾ ਬੰਦਾ ਹੈ, ਉਹਦੇ ਕੋਲ ਕਥਨੀ ਤੇ ਹੈ, ਉਹ ਕਥਾ ਤੇ ਕਰਦਾ ਹੈ, ਬੋਲਦਾ ਬਹੁਤ ਹੈ, ਪਰ ਰਹਿਤ ਨਹੀਂ ਹੈ, ਇਹਨਾਂ ਗੁਣਾਂ ਨੂੰ ਇੰਪਲੀਮੈਂਟ ਨਹੀਂ ਕੀਤਾ। ਤਾਂ ਜੇ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਨਹੀਂ ਕੀਤਾ, ਤਾਂ ਭਾਵੇਂ ਇਲਾਜ ਕਰਨ ਵਾਲਾ ਵੈਦ ਹੈ, ਤੇ ਭਾਵੇਂ ਕੋਈ ਸਰੋਤਾ ਸੁਣਨ ਵਾਲਾ ਰੋਗੀ ਹੈ, ਜਾਂ ਆਮ ਸੰਸਾਰ ਦਾ ਬੰਦਾ ਹੈ, ਜੇ ਉਹ ਗੁਣਾਂ ਨੂੰ ਇੰਪਲੀਮੈਂਟ ਨਹੀਂ ਕਰਦਾ, ਤਾਂ ਉਹ ਸਾਰੇ ਹੀ ਆਤਮਿਕ ਮੌਤ ਤੇ ਮਰ ਰਹੇ ਨੇ। ਏਕ ਕਬੀਰਾ ਨਾਮ ਹੁਆ, ਜਿਹ ਨਾਹੀ ਰੋਵਨ ਹਾਰ। ਇੱਥੇ ਕਬੀਰ ਸ਼ਬਦ ਜਿਹੜਾ ਹੈ, ਇਹ ਕਵੀ ਦੀ ਮੋਹਰ ਛਾਪ ਹੈ। ਇਹਦਾ ਅਰਥ ਹੋਏਗਾ ਏਕ ਨਾਮ ਹੁਆ। ਏਕ ਨਾਮ ਹੁਆ ਦਾ ਮਤਲਬ ਸਿਰਫ ਇੱਕ ਉਹ ਮਨੁੱਖ ਨਹੀਂ ਮਰਦਾ। ਕਬੀਰ ਜੀ ਕਹਿ ਰਹੇ ਨੇ ਸਿਰਫ ਉਹ ਮਨੁੱਖ ਆਤਮਿਕ ਮੌਤ ਤੇ ਨਹੀਂ ਮਰਦਾ, ਜਿਹ ਨਾਹੀ ਰੋਵਨ ਹਾਰ, ਜਿਹਦਾ ਕੋਈ ਸੰਗੀ ਸਾਥੀ ਰੋਣ ਵਾਲਾ ਨਹੀਂ ਹੈ। ਹੁਣ ਸੰਗੀ ਸਾਥੀ ਕੌਣ ਨੇ? ਸਾਡੇ ਗਿਆਨ ਇੰਦਰੇ, ਨੱਕ, ਕੰਨ, ਜ਼ਬਾਨ, ਜਿਹਦੇ ਇਹ ਗਿਆਨ ਇੰਦਰੇ ਵਿਕਾਰਾਂ ਵਾਸਤੇ ਨਹੀਂ ਰੋਂਦੇ, ਵਿਕਾਰਾਂ ਵਾਸਤੇ ਨਹੀਂ ਕਲਪਦੇ, ਇੱਕ ਉਹ ਬੰਦਾ ਨਹੀਂ ਮਰਦਾ। ਸਿਰਫ ਦੇਖੋ, ਚਾਹੇ ਕੋਈ ਪ੍ਰਚਾਰਕ ਹੈ, ਚਾਹੇ ਕੋਈ ਸਰੋਤਾ ਹੈ, ਕੋਈ ਵੀ ਹੈ, ਜੇ ਸਾਡੇ ਗਿਆਨ ਇੰਦਰੇ ਵਿਕਾਰਾਂ ਵਿੱਚ ਖਚਤ ਨੇ, ਅਸੀਂ ਅੱਖਾਂ ਨਾਲ ਪਰਤਰੀਏ ਪਰ ਤਨ ਰੂਪ ਵੇਖਦੇ ਹਾਂ, ਕੰਨਾਂ ਨਾਲ ਅਸੀਂ ਮਾੜੇ ਬਚਨ ਸੁਣਦੇ ਹਾਂ, ਜ਼ਬਾਨ ਨਾਲ ਅਸੀਂ ਮਾੜੇ ਬਚਨ ਬੋਲਦੇ ਹਾਂ, ਹੱਥਾਂ ਨਾਲ ਮਾੜੇ ਕੰਮ ਕਰਦੇ ਹਾਂ, ਪੈਰਾਂ ਨਾਲ ਮਾੜੇ ਪਾਸੇ ਜਾਂਦੇ ਹਾਂ, ਔਰ ਮਨ ਕਰਕੇ ਮਾੜਾ ਸੋਚਦੇ ਹਾਂ, ਤੇ ਅਸੀਂ ਮੋਏ ਹੋਏ ਹਾਂ, ਕਿਉਂਕਿ ਸਾਡੇ ਇਹ ਗਿਆਨ ਇੰਦਰੇ ਵਿਕਾਰਾਂ ਦਾ ਰੋਣਾ ਰੋ ਰਹੇ ਨੇ, ਵਿਕਾਰਾਂ ਵੱਲ ਦੌੜ ਭੱਜ ਕਰ ਰਹੇ ਨੇ। ਕਬੀਰ ਜੀ ਕਹਿੰਦੇ ਨੇ ਇੱਕ ਉਹ ਬੰਦਾ ਜਿਹੜਾ ਹੈ ਨਾ, ਇਸ ਦੁਨੀਆ ਵਿੱਚ ਨਹੀਂ ਮਰਦਾ, ਜਿਹਦੇ ਗਿਆਨ ਇੰਦਰੇ ਵਿਕਾਰਾਂ ਵਾਸਤੇ ਨਹੀਂ ਰੋਂਦੇ, ਵਿਕਾਰਾਂ ਵਾਸਤੇ ਨਹੀਂ ਕਲਪਦੇ, ਵਿਕਾਰਾਂ ਵੱਲ ਦੌੜ ਭੱਜ ਨਹੀਂ ਕਰਦੇ। ਸਿਰਫ ਇੱਕ ਉਹ ਬੰਦਾ ਨਹੀਂ ਮਰਦਾ ਆਤਮਿਕ ਮੌਤ ਤੇ। ਤਾਂ ਇਹਦਾ ਮਤਲਬ ਜਿਹੜਾ ਵੀ ਇਨਸਾਨ ਮਨ ਬਚਨ ਕਰਮ ਕਰਕੇ ਗੁਨਾਹ ਦਾ ਧਾਰਨੀ ਹੋਏਗਾ, ਉਹ ਇਨਸਾਨ ਆਤਮਿਕ ਮੌਤ ਤੇ ਮਰਨ ਤੋਂ ਬਚ ਜਾਏਗਾ। ਉਹ ਇਨਸਾਨ ਅਖਵਾਉਣ ਦਾ ਹੱਕਦਾਰ ਹੈ। ਤੇ ਜਿਹੜਾ ਬੰਦਾ ਇਹਨਾਂ ਗੁਣਾਂ ਦੇ ਉੱਤੇ ਅਮਲ ਨਹੀਂ ਕਰਦਾ,
ਉਹ ਚਾਹੇ ਪ੍ਰਚਾਰਕ ਹੈ ਤੇ ਚਾਹੇ ਕੋਈ ਹੋਰ ਹੈ, ਉਹ ਆਤਮਕ ਮੌਤੇ ਮਰੇਗਾ ਹੀ। ਵੈਦ ਵੀ ਮਰੇਗਾ ਤੇ ਰੋਗੀ ਵੀ ਮਰੇਗਾ। ਜਿਹਨੂੰ ਉਹ ਦੱਸ ਰਿਹਾ ਹੈ ਉਹ ਤੇ ਪਹਿਲਾਂ ਹੀ ਮਰਿਆ ਪਿਆ, ਤੇ ਦੱਸਣ ਵਾਲਾ ਵੀ ਮਰੇਗਾ। ਦੇਖੋ ਪਾਵਨ ਬਾਣੀ ਵਿੱਚ ਗੁਰੂ ਜੀ ਨੇ ਹੋਰ ਥਾਵੇਂ ਬਚਨ ਕੀਤਾ ਹੈ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਹੜਾ ਬੰਦਾ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਪਰ ਆਪ ਉਹਦੇ ਤੇ ਅਮਲ ਨਹੀਂ ਕਰਦਾ, ਤਾਂ ਉਹ ਬੰਦਾ ਪਸ਼ੂ ਬਿਰਤੀਆਂ ਵਿੱਚ ਪਿਆ ਰਹਿੰਦਾ ਹੈ ਔਰ ਭਟਕਣਾ ਦੇ ਵਿੱਚ ਪਿਆ ਜਾਂਦਾ ਹੈ। ਆਵਤ ਜਾਵਤ ਦਾ ਮਤਲਬ ਭਟਕਣਾ ਵਿੱਚ ਪਿਆ ਰਹਿੰਦਾ ਹੈ, ਜਨਮੇ ਮਰੇ ਦਾ ਮਤਲਬ ਉਹ ਪਸ਼ੂ ਬਿਰਤੀਆਂ ਦੇ ਵਿੱਚ ਪਿਆ ਰਹਿੰਦਾ ਹੈ। ਉਹ ਬੰਦਾ ਪਸ਼ੂ ਬਿਰਤੀਆਂ ਵਿੱਚ ਪਿਆ ਰਹਿੰਦਾ ਹੈ, ਭਟਕਦਾ ਰਹਿੰਦਾ ਹੈ, ਜਿਹੜਾ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਪਰ ਆਪ ਨਹੀਂ ਉਹਦੇ ਤੇ ਅਮਲ ਕਰਦਾ। ਦੇਖੋ ਤੁਹਾਨੂੰ ਮੈਂ ਕਥਾ ਕਰਕੇ ਸਮਝਾ ਰਿਹਾ ਹਾਂ। ਹੁਣ ਤੁਸੀਂ ਤਾਂ ਕਹਿ ਸਕਦੇ ਹੋ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ, ਤੁਸੀਂ ਤਾਂ ਬਚ ਗਏ, ਕਿਉਂਕਿ ਪਤਾ ਨਹੀਂ ਤਾਂ ਹੀ ਤੁਸੀਂ ਮੈਨੂੰ ਸੁਣ ਰਹੇ ਹੋ। ਪਰ ਮੈਨੂੰ ਤਾਂ ਪਤਾ ਹੈ, ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਹਾਂ। ਮੈਨੂੰ ਤਾਂ ਪਤਾ ਹੈ ਨਾ, ਸ਼ੁਭ ਗੁਣਾਂ ਵਾਲੀ ਜ਼ਿੰਦਗੀ ਜੀਣੀ ਚਾਹੀਦੀ ਹੈ। ਤੇ ਜੇ ਮੈਨੂੰ ਪਤਾ ਹੁੰਦਿਆਂ ਵੀ ਮੈਂ ਇਹਨਾਂ ਗੁਣਾਂ ਦਾ ਧਾਰਨੀ ਨਹੀਂ, ਤਾਂ ਮੈਂ ਤੁਹਾਡੇ ਨਾਲੋਂ ਡਬਲ ਦੋਸ਼ੀ ਹਾਂ, ਜ਼ਿਆਦਾ ਵੱਡਾ ਦੋਸ਼ੀ ਹਾਂ। ਇਹ ਗੱਲ ਸਾਨੂੰ ਛਾਤੀ ਤੇ ਹੱਥ ਮਾਰ ਕੇ ਕਹਿਣੀ ਪਵੇਗੀ, ਮੰਨਣਾ ਪਵੇਗਾ ਇਹ ਚੀਜ਼, ਕਿਉਂਕਿ ਮੈਨੂੰ ਪਤਾ ਹੈ ਤੇ ਮੈਂ ਜਾਣ ਬੁੱਝ ਕੇ ਮਾੜੇ ਕਰਮ ਕਰ ਰਿਹਾ, ਇਸ ਲਈ ਮੈਂ ਵੱਡਾ ਦੋਸ਼ੀ ਹਾਂ। ਤਾਂ ਜਿਹੜਾ ਬੰਦਾ ਦੂਜਿਆਂ ਨੂੰ ਕਹਿੰਦਾ ਹੈ, ਆਪ ਅਮਲ ਨਹੀਂ ਕਰਦਾ, ਉਹ ਬੰਦਾ ਭਟਕਣਾ ਵਿੱਚ ਹੈ ਔਰ ਉਹ ਬੰਦਾ ਆਤਮਕ ਮੌਤ ਤੇ ਮਰਿਆ ਹੋਇਆ ਹੈ। ਹੁਣ ਇਹ ਗੱਲ ਕੇਵਲ ਪ੍ਰਚਾਰਕ ਤੇ ਸਰੋਤੇ ਦੀ ਨਹੀਂ ਹੈ। ਹੁਣ ਇਹਨੂੰ ਆਮ ਜ਼ਿੰਦਗੀ ਵਿੱਚ ਵੇਖੋ। ਜੇ ਕੋਈ ਮਾਂ-ਬਾਪ ਬੱਚੇ ਨੂੰ ਕਹਿੰਦੇ ਨੇ ਕਿ ਬੇਟਾ ਝੂਠ ਨਹੀਂ ਬੋਲੀਦਾ, ਬੇਟੇ ਝੂਠ ਨਹੀਂ ਬੋਲਣਾ ਚਾਹੀਦਾ, ਤੇ ਹਾਲੇ ਥੋੜੀ ਦੇਰ ਹੋਈ ਹੈ, ਹਾਲੇ ਗੱਲ ਕਹੀ ਹੈ ਤੇ ਬਾਹਰੋਂ ਕਿਸੇ ਨੇ ਕੁੰਡਾ ਖੜਕਾ ਦਿੱਤਾ ਤੇ ਨਾਲ ਹੀ ਉਹਨੂੰ ਕਹਿਤਾ, ਬਿੱਟੂ ਬੇਟੇ ਜਾ ਅੰਕਲ ਨੂੰ ਕਹਿ ਦੇ ਵੀ ਮੇਰਾ ਡੈਡੀ ਘਰ ਨਹੀਂ ਹੈ, ਤੇ ਉਹ ਜਾ ਕੇ ਕਹਿੰਦਾ ਮੇਰਾ ਡੈਡੀ ਘਰ ਨਹੀਂ, ਤਾਂ ਤੁਹਾਡੇ ਸੱਚ ਬੋਲਣ ਦੀ ਵੈਲਿਊ ਕਿੰਨੀ ਕੁ ਰਹਿ ਗਈ? ਬੱਚੇ ਦੇ ਮਨ ਵਿੱਚ ਕਿੰਨੀ ਕਦਰ ਰਹਿ ਜਾਏਗੀ ਮਾਂ-ਬਾਪ ਦੀ? ਤਾਂ ਜੇ ਮਾਂ-ਬਾਪ ਬੱਚਿਆਂ ਨੂੰ ਕਹਿੰਦੇ ਨੇ ਆਪ ਧਾਰਨੀ ਨਹੀਂ, ਤਾਂ ਉਹਨਾਂ ਤੇ ਵੀ ਚੀਜ਼ ਲਾਗੂ ਹੈ। ਜੇ ਕੋਈ ਅਫਸਰ ਆਪਣੇ ਤੋਂ ਨੀਵੇਂ ਨੂੰ ਕਹਿ ਰਿਹਾ ਹੈ ਪਰ ਆਪ ਨਹੀਂ, ਤਾਂ ਉਹਦੇ ਤੇ ਵੀ ਲਾਗੂ ਹੈ। ਜੇ ਰਾਜਨੀਤਿਕ ਲੋਕ ਪ੍ਰਜਾ ਨੂੰ ਕਹਿ ਰਹੇ ਨੇ, ਆਪ ਨਹੀਂ ਉਹਨਾਂ ਚੀਜ਼ਾਂ ਨੂੰ ਮੰਨ ਰਹੇ, ਤਾਂ ਉੱਥੇ ਵੀ ਲਾਗੂ ਹੈ। ਜੇ ਇੱਕ ਸੱਜਣ ਮਿੱਤਰ ਦੂਜੇ ਨੂੰ ਕਹਿੰਦਾ ਪਰ ਆਪ ਨਹੀਂ ਕਰਦਾ, ਤਾਂ ਉਹਦੇ ਤੇ ਵੀ ਲਾਗੂ ਹੈ। ਕੋਈ ਵੀ ਉਹ ਇਨਸਾਨ ਅਵਰ ਉਪਦੇਸ਼ ਹੈ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਤਾਂ ਕਬੀਰ ਜੀ ਸਾਨੂੰ ਇੱਥੇ ਕਹਿ ਰਹੇ ਨੇ, ਚਾਹੇ ਕੋਈ ਉਪਦੇਸ਼ਕ ਹੈ, ਚਾਹੇ ਕੋਈ ਰੋਗੀ ਹੈ, ਜਾਂ ਆਮ ਸੰਸਾਰ ਦਾ ਬੰਦਾ ਹੈ, ਜਿਹਦੇ ਗਿਆਨ ਇੰਦਰੀ ਵਿਕਾਰਾਂ ਦਾ ਰੋਣਾ ਰੋ ਰਹੇ ਨੇ, ਉਹ ਲੋਕ ਆਤਮਕ ਮੌਤ ਤੇ ਮਰ ਜਾਂਦੇ ਨੇ। ਇਸ ਦੁਨੀਆ ਦੇ ਅੰਦਰ ਸਿਰਫ ਇੱਕ ਉਹ ਬੰਦਾ ਆਤਮਕ ਮੌਤ ਤੇ ਨਹੀਂ ਮਰਦਾ, ਜਿਸ ਤੇ ਗਿਆਨ ਇੰਦਰੀ ਵਿਕਾਰਾਂ ਵੱਲ ਦੌੜ ਭੱਜ ਨਹੀਂ ਕਰਦੇ। ਅਗਲਾ ਵਚਨ ਕਰਦੇ ਨੇ, ਕਬੀਰ ਰਾਮ ਨਾ ਧਿਆਇਓ, ਮੋਟੀ ਲਾਗੀ ਖੋਰ, ਕਾਇਆ ਹਾਂਡੀ ਕਾਟ ਕੀ, ਨਾ ਉਹ ਚਰੈ ਬਹੋਰ। ਇਹਨੂੰ ਚਰੇ ਨਹੀਂ ਪੜਨਾ, ਚਰੈ, ਕਿਉਂਕਿ ਰਾਰੇ ਦੇ ਪੈਰ ਥੱਲੇ ਅੱਧਾ ਹਾਹਾ ਹੈ, ਚਰੈ। ਰਾਮ ਨਾ ਧਿਆਇਓ, ਰਾਮ ਦਾ ਮਤਲਬ ਰਮਿਆ ਹੋਇਆ ਰੱਬ, ਜੋ ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ ਹੈ। ਧਿਆਇਓ ਦਾ ਮਤਲਬ ਧਿਆਨ ਨਹੀਂ ਧਰਿਆ, ਉਹਨੂੰ ਸਮਝਿਆ ਨਹੀਂ, ਜਾਣਿਆ ਨਹੀਂ। ਮੋਟੀ ਲਾਗੀ ਖੋਰ, ਖੋਰ ਦਾ ਮਤਲਬ ਹੁੰਦਾ ਹੈ ਖੋੜ। ਅਸੀਂ ਕਹਿੰਦੇ ਹਾਂ ਨਾ, ਜਿਵੇਂ ਪਹਿਲਾਂ ਲੋਕ ਪਾਣੀ ਲਾਉਂਦੇ ਹੁੰਦੇ ਸਨ ਖੂਹਾਂ ਦਾ, ਤੇ ਕਈ ਵਾਰੀ ਚੂਹੇ ਆਦਿਕ ਦੀ ਖੁੱਡ ਦੇ ਵਿੱਚੋਂ ਦੀ ਪਾਣੀ ਚੋਣਾ, ਤੇ ਉਹਨੂੰ ਕਹਿੰਦੇ ਸੀ ਖੋੜ ਪੈ ਗਈ ਹੈ। ਤੇ ਉਹ ਫਿਰ ਪਹਿਲਾਂ ਥੋੜਾ ਥੋੜਾ ਪਾਣੀ ਹੁੰਦਾ ਸੀ, ਫਿਰ ਹੌਲੇ ਹੌਲੇ ਜ਼ਿਆਦਾ ਹੁੰਦਾ ਹੁੰਦਾ ਤੇ ਉਹ ਸਾਰੀ ਆੜ ਹੀ ਟੁੱਟ ਜਾਂਦੀ ਸੀ। ਜਿਵੇਂ ਕੋਈ ਨਦੀ ਹੈ, ਉਹਦੇ ਵਿੱਚ ਜੇ ਛੋਟਾ ਜਿਹਾ ਕੋਈ ਛੇਕ ਮੋਰੀ ਹੋ ਜਾਏ, ਤੇ ਹੌਲੇ ਹੌਲੇ ਉਹ ਫਿਰ ਮਿੱਟੀ ਰੁੜਦੀ ਜਾਂਦੀ ਹੈ ਤੇ ਵੱਡੀ ਖੋੜ ਬਣ ਜਾਂਦੀ ਹੈ, ਤੇ ਉਹ ਨਦੀ ਟੁੱਟ ਜਾਂਦੀ ਹੈ। ਖੋੜ ਦਾ ਮਤਲਬ ਖੋਖਲਾਪਨ। ਮੋਟੀ ਖੋਰ ਲਾਗੀ ਦਾ ਮਤਲਬ ਮੋਟੀ ਖੋੜ ਬਣਦੀ ਜਾ ਰਹੀ ਹੈ, ਅੰਦਰੋਂ ਬੰਦਾ ਖੋਖਲਾ ਹੋਈ ਜਾ ਰਿਹਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਕਿ ਜਿਸ ਮਨੁੱਖ ਨੇ ਪ੍ਰਭੂ ਨੂੰ ਯਾਦ ਨਹੀਂ ਕੀਤਾ, ਜਿਹੜਾ ਰੱਬੀ ਗੁਣਾਂ ਦੇ ਨਾਲ ਅੰਦਰੋਂ ਨਹੀਂ ਜੁੜਿਆ ਹੋਇਆ, ਉਹਦੇ ਅੰਦਰ ਖੋੜ ਲੱਗੀ ਹੋਈ ਹੈ, ਉਹਨੂੰ ਵਿਕਾਰ ਅੰਦਰੋਂ ਅੰਦਰੀ ਖੋਖਲਾ ਕਰੀ ਜਾ ਰਹੇ ਨੇ। ਉਹ ਹੌਲੇ ਹੌਲੇ ਆਤਮਕ ਮੌਤ ਤੇ ਮਰੀ ਜਾ ਰਿਹਾ ਹੈ, ਉਹਦੇ ਅੰਦਰ ਵਿਕਾਰ ਵਧੀ ਜਾ ਰਹੇ ਨੇ, ਆਤਮਕ ਮੌਤ ਤੇ ਮਰੀ ਜਾ ਰਿਹਾ ਹੈ। ਜਦੋਂ ਅਸੀਂ ਆਪਣੇ ਅੰਦਰ ਇੱਕ ਵਿਕਾਰ ਦੇ ਜਾਣ ਲਈ ਰਾਸਤਾ ਖੋਲ ਦਿੰਦੇ ਆ ਨਾ, ਤਾਂ ਬਾਕੀ ਵਿਕਾਰਾਂ ਵਾਸਤੇ ਆਟੋਮੈਟਿਕਲੀ ਰਾਸਤਾ ਖੁੱਲ ਜਾਂਦਾ ਹੈ। ਜਦੋਂ ਅਸੀਂ ਇੱਕ ਚਿੰਤਾ ਨੂੰ ਆਪਣੇ ਅੰਦਰ ਜਾਣ ਦਿੰਦੇ ਆ, ਬਾਕੀ ਚਿੰਤਾਵਾਂ ਵਾਸਤੇ ਆਟੋਮੈਟਿਕਲੀ ਰਾਸਤਾ ਖੁੱਲ ਜਾਂਦਾ ਹੈ।
ਤਾਂ ਕਬੀਰ ਜੀ ਕਹਿੰਦੇ ਨੇ, ਜਿਨ੍ਹਾਂ ਨੇ ਸਰਬ ਵਿਆਪਕ ਪ੍ਰਭੂ ਨੂੰ ਨਹੀਂ ਜਾਣਿਆ, ਜੋ ਸਾਰਿਆਂ ਦੇ ਵਿੱਚ ਰੱਬ ਨੂੰ ਵੇਖ ਕੇ ਹਰ ਇੱਕ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਦੇ, ਜੋ ਰੱਬੀ ਗੁਣਾਂ ਦੇ ਧਾਰਨੀ ਨਹੀਂ, ਜੋ ਰੱਬ ਦੀ ਰਜ਼ਾ ਵਿੱਚ ਨਹੀਂ ਤੁਰਦੇ, ਉਹਨਾਂ ਦੇ ਅੰਦਰ ਬੜੀ ਵੱਡੀ ਖੋਟ ਲੱਗੀ ਹੋਈ ਹੈ। ਵਿਕਾਰ ਉਹਨਾਂ ਨੂੰ ਅੰਦਰੋਂ ਅੰਦਰ ਹੀ ਖੋਖਲਾ ਕਰੀ ਜਾ ਰਹੇ ਨੇ। ਜਿਵੇਂ ਕਈ ਵਾਰ ਸਾਡੇ ਦਰਵਾਜ਼ੇ ਨਹੀਂ ਹੁੰਦੇ ਤੇ ਉਹਨਾਂ ਨੂੰ ਸਿਉਂਕ ਲੱਗ ਜਾਂਦੀ ਹੈ। ਹੁਣ ਬਾਹਰੋਂ ਤੇ ਉਹ ਚੰਗੇ ਭਲੇ ਲੱਗਦੇ ਨੇ, ਲੇਕਿਨ ਅੰਦਰੋਂ ਅੰਦਰ ਹੀ ਸਿਉਂਕ ਖਾ ਜਾਂਦੀ ਹੈ। ਇੱਕ ਦਿਨ ਉਹ ਦਰਵਾਜ਼ੇ ਡਿੱਗ ਜਾਂਦੇ ਨੇ, ਟੁੱਟ ਜਾਂਦੇ ਨੇ। ਕਈ ਵਾਰ ਅਸੀਂ ਵੇਖਿਆ ਹੈ ਇੰਡੀਆ ਵਿੱਚ ਸੁਹਾਗੇ ਪਏ ਹੁੰਦੇ ਨੇ, ਛਤੀਰ ਪਏ ਹੁੰਦੇ ਨੇ, ਪਰ ਜਦੋਂ ਅਸੀਂ ਚੁੱਕਦੇ ਹਾਂ ਤੇ ਉਹ ਟੁੱਟੇ ਪਏ ਹੁੰਦੇ ਨੇ। ਰੀਜ਼ਨ ਹੈ ਕਿ ਅੰਦਰੋਂ ਅੰਦਰ ਸਿਉਂਕ ਉਹਨਾਂ ਨੂੰ ਖਾ ਗਈ ਹੈ, ਖੋਖਲਾ ਕਰ ਦਿੱਤਾ ਹੈ। ਇਸੇ ਤਰ੍ਹਾਂ ਇਨਸਾਨ ਨੂੰ ਅੰਦਰੋਂ ਅੰਦਰੀ ਵਿਕਾਰ ਖੋਖਲਾ ਕਰੀ ਜਾ ਰਹੇ ਨੇ। ਕਾਇਆ ਹਾਂਡੀ ਕਾਟ ਕੀ, ਹਾਂਡੀ ਦਾ ਮਤਲਬ ਵਲਟੋਈ, ਜਿਹੜੀ ਚੁੱਲ੍ਹੇ ਤੇ ਧਰੀ ਦੀ ਹੈ। ਪਹਿਲੋਂ ਮਿੱਟੀ ਦੀਆਂ ਵਲਟੋਈਆਂ ਹੁੰਦੀਆਂ ਸੀ ਤੇ ਜਿਨ੍ਹਾਂ ਨੂੰ ਰੱਖੀਦਾ ਸੀ ਅੱਗ ਦੇ ਉੱਤੇ। ਦੋ ਵਾਰੀ 4 ਵਾਰੀ ਵੀ ਚੜਾਓਗੇ ਤੇ ਉਹ ਚੜੇਗੀ। ਸਟੀਲ ਦਾ ਬਰਤਨ ਹੈ, ਜਿੰਨੀ ਵਾਰੀ ਮਰਜ਼ੀ ਉਹਦੇ ਵਿੱਚ ਸਬਜ਼ੀ ਭਾਜੀ ਬਣਾਓ। ਪਰ ਜੇ ਵਲਟੋਈ ਲੱਕੜੀ ਦੀ ਹੋਵੇ ਤੇ ਲੱਕੜੀ ਦੀ ਵਲਟੋਈ ਨੂੰ ਤੁਸੀਂ ਅੱਗ ਦੇ ਉੱਤੇ ਧਰ ਦਿਓ ਤੇ ਕੀ ਉਹ ਵਲਟੋਈ ਦੁਬਾਰਾ ਚੜੇਗੀ? ਅੱਗ ਨੇ ਤੁਹਾਨੂੰ ਸਾੜ ਦੇਣਾ ਹੈ। ਅੰਦਰ ਤੱਕ ਗਰਮੀ ਸਬਜ਼ੀ ਨੂੰ ਤੇ ਸੇਕ ਵੀ ਨਹੀਂ ਲੱਗਣਾ। ਮੰਨ ਲਓ ਲੱਕੜ ਦੀ ਵਲਟੋਈ ਲੈ ਕੇ ਉਹ 'ਚ ਖੀਰ ਬਣਾਉਣੀ ਚਾਹੋ ਤੇ ਗੈਸ ਚੁੱਲ੍ਹੇ ਤੇ ਰੱਖ ਦਿਓ, ਤਾਂ ਖੀਰ ਥੋੜੀ ਬਣੀ, ਉਹਨੇ ਸਾੜ ਦੇਣਾ ਥੱਲੋਂ ਤੇ ਦੁਬਾਰਾ ਉਹਨੇ ਥੋੜੀ ਚੜਨਾ ਹੈ। ਲੱਕੜ ਦੀ ਹਾਂਡੀ ਦੁਬਾਰਾ ਨਹੀਂ ਚੜਦੀ। ਤਾਂ ਕਬੀਰ ਜੀ ਕਹਿੰਦੇ ਨੇ, ਜਿਵੇਂ ਲੱਕੜ ਦੀ ਹਾਂਡੀ ਚੁੱਲ੍ਹੇ ਉੱਤੇ ਇੱਕ ਵਾਰੀ ਸੜ ਕੇ ਮੁੜ ਚੁੱਲ੍ਹੇ ਤੇ ਨਹੀਂ ਸੜ ਸਕਦੀ, ਨਹੀਂ ਚੜ ਸਕਦੀ, ਤਿਵੇਂ ਵਿਕਾਰਾਂ ਦੀ ਅੱਗ ਵਿੱਚ ਸੜ ਕੇ ਮਨੁੱਖ ਦਾ ਇਹ ਸਰੀਰ ਹੈ, ਉਹਨੂੰ ਦੂਜੀ ਵਾਰ ਨਹੀਂ ਮਿਲਦਾ। ਇਹ ਸਰੀਰ ਨੇ ਦੁਬਾਰਾ ਥੋੜੀ ਮਿਲਣਾ ਹੈ। ਜਿਹੜਾ ਸਮਾਂ ਅਸੀਂ ਗਵਾ ਲਿਆ, ਮੰਨ ਲਓ ਹੁਣ 1 ਘੰਟਾ ਜੋ ਪਿਛਲਾ ਅਸੀਂ ਬਿਤਾ ਚੁੱਕੇ ਹਾਂ, ਇਸ ਪਿਛਲੇ ਘੰਟੇ ਨੇ ਦੁਬਾਰਾ ਥੋੜੀ ਆਉਣਾ ਹੈ। ਜਿਹੜਾ ਸਾਡਾ 1 ਮਿੰਟ ਚਲਾ ਗਿਆ ਹੈ, ਉਹ ਮਿੰਟ ਨੇ ਵਾਪਸ ਥੋੜੀ ਸਾਨੂੰ ਮਿਲਣਾ ਹੈ। ਹੁਣ ਉਸ ਮਿੰਟ ਨੂੰ ਚਾਹੇ ਤੁਸੀਂ ਸ਼ੁਭ ਗੁਣਾਂ ਵਿੱਚ ਲਾ ਲਓ, ਚਾਹੇ ਉਹਨੂੰ ਵਿਕਾਰਾਂ ਵਿੱਚ ਲਗਾ ਲਓ, ਜਿਹੜਾ ਸਮਾਂ ਨਿਕਲ ਗਿਆ ਉਹਨੇ ਦੁਬਾਰਾ ਨਹੀਂ ਚੜਨਾ, ਲੱਕੜ ਦੀ ਹਾਂਡੀ ਦੀ ਤਰ੍ਹਾਂ। ਤਾਂ ਜਿਹੜਾ ਅਸੀਂ ਵਿਕਾਰਾਂ ਦੇ ਵਿੱਚ ਸਮਾਂ ਬਿਤਾ ਚੁੱਕੇ ਹਾਂ, ਜੇ ਅਸੀਂ ਉਹਨੂੰ ਸੁਧਾਰਨਾ ਚਾਹੀਏ ਤਾਂ ਉਹਨੂੰ ਦੁਬਾਰਾ ਨਹੀਂ ਸੁਧਾਰ ਪਾਵਾਂਗੇ, ਕਿਉਂਕਿ ਉਹ ਗੁਜ਼ਰ ਚੁੱਕਾ ਹੈ। ਹਾਂ, ਅੱਗੋਂ ਅਸੀਂ ਆਪਣੀਆਂ ਆਦਤਾਂ ਬਦਲ ਸਕਦੇ ਹਾਂ, ਉਹ ਇੱਕ ਵੱਖਰਾ ਟੌਪਿਕ ਹੈ। ਪਰ ਜਿਹੜਾ ਪਿੱਛੇ ਬੀਤ ਗਿਆ ਸਮਾਂ, ਉਹਨੂੰ ਕਿਵੇਂ ਬਦਲੋ? ਇਸ ਲਈ ਕਬੀਰ ਜੀ ਸਾਨੂੰ ਇੱਥੇ ਚੇਤਨ ਕਰ ਰਹੇ ਨੇ ਕਿ ਜਿਵੇਂ ਲੱਕੜ ਦੀ ਹਾਂਡੀ ਦੁਬਾਰਾ ਨਹੀਂ ਚੜ੍ਹਦੀ, ਇਸੇ ਤਰ੍ਹਾਂ ਇਹ ਸਰੀਰ ਜਿਹੜਾ ਹੈ ਜਾਂ ਜਿਹੜਾ ਬੀਤ ਰਿਹਾ ਸਮਾਂ ਹੈ, ਇਹਨੇ ਦੁਬਾਰਾ ਨਹੀਂ ਮਿਲਣਾ। ਇਹਨੂੰ ਵਿਕਾਰਾਂ ਵਿੱਚ ਨਾ ਗਵਾਓ। ਕਾਇਆ ਹਾਂਡੀ ਕਾਟ ਕੀ ਨਾ ਉਚਰੇ ਬਹੋਰ, ਇਹ ਤੁਹਾਨੂੰ ਖੋਖਲਾ ਕਰੀ ਜਾ ਰਿਹਾ ਹੈ। ਤੇ ਜਿਹੜੇ ਵਿਕਾਰ ਖੋਖਲੇ ਕਰ ਚੁੱਕੇ ਨੇ, ਉਹਨਾਂ ਨੂੰ ਕਿਵੇਂ ਸੁਧਾਰੋਗੇ? ਇਸ ਲਈ ਆਪਣੇ ਆਪ ਨੂੰ ਖੋਖਲਾ ਨਾ ਹੋਣ ਦਿਓ। ਆਪਣੇ ਅੰਦਰੋਂ ਅਵਗੁਣਾਂ ਨੂੰ ਖਤਮ ਕਰੋ। ਆਪਣੇ ਅੰਦਰ ਗੁਣਾਂ ਦੇ ਧਾਰਨੀ ਹੋਵੋ। ਖੋਖਲਾ ਹੋਈ ਜਾ ਰਿਹਾ ਹੈ ਬੰਦਾ, ਅੰਦਰੋਂ ਇਨਸਾਨੀਅਤ ਮਰਦੀ ਜਾ ਰਹੀ ਹੈ। ਕਬੀਰ ਐਸੀ ਹੋਏ ਪਰੀ, ਮਨ ਕੋ ਭਾਵਤ कीन, ਮਰਨੇ ਤੇ ਕਿਆ ਡਰਪਨਾ, ਜੋ ਜਬ ਹਾਥ ਸਿੰਧੋਰਾ ਲੀਨ। ਇਹ ਸਿਧੌਰਾ ਲਿਖਿਆ ਹੈ, ਸਿਧੌਰਾ। ਇਹਨੂੰ ਸਿਧੌਰਾ ਨਹੀਂ ਪੜਨਾ, ਸਿੰਧੋਰਾ। ਸਿੰਧੌਰਾ ਦਾ ਮਤਲਬ ਹੈਗਾ ਜਿਹਨੂੰ ਸੰਧੂਰ ਲੱਗਾ ਹੋਵੇ ਨਾਰੀਅਲ ਨੂੰ। ਇਹਦਾ ਆਪਾਂ ਅੱਗੇ ਵਿਚਾਰ ਕਰਦੇ ਹਾਂ। ਕਬੀਰ ਐਸੀ ਹੋਈ ਪਰੀ, ਮਨ ਕੋ ਭਾਵਤ ਕੀਨ। ਹੋਏ ਪਰੀ ਦਾ ਮਤਲਬ ਹੋ ਗਈ ਹੈ। ਐਸੀ ਹੋਏ ਪਰੀ ਦਾ ਮਤਲਬ ਅਜਿਹੀ ਹੋ ਗਈ ਹੈ, ਯਾਨੀ ਅਜਬ ਮੌਜ ਬਣ ਗਈ, ਜਿਵੇਂ ਦੀ ਮੈਂ ਚਾਹੁੰਦਾ ਸਾਂ ਉਵੇਂ ਹੋ ਗਿਆ। ਮਨ ਕੋ ਭਾਵਤ ਕੀਨ ਦਾ ਮਤਲਬ ਉਹ ਕੰਮ ਜੋ ਮਨ ਨੂੰ ਪਸੰਦ ਆਉਂਦਾ ਸੀ ਉਵੇਂ ਹੋ ਗਿਆ। ਅਸੀਂ ਕਹਿੰਦੇ ਨੇ ਯਾਰ ਆ ਤਾਂ ਅਜੀਬ ਹੋਇਆ, ਮੈਂ ਤੇ ਇਹੀ ਚਾਹੁੰਦਾ ਸੀ ਤੇ ਇਹੀ ਹੋ ਗਿਆ, ਇਹ ਤਾਂ ਬੜੀ ਮੌਜ ਬਣ ਗਈ, ਆਨੰਦ ਬਣ ਗਿਆ। ਤਾਂ ਹੁਣ ਕਬੀਰ ਜੀ ਕਹਿੰਦੇ ਨੇ ਵੀ ਐਸੀ ਬਣ ਆਈਏ ਕਿ ਜੋ ਮੈਂ ਚਾਹੁੰਦਾ ਸਾਂ ਮੈਨੂੰ ਉਹ ਹੀ ਮਿਲ ਗਿਆ। ਹੁਣ ਰੱਬ ਦੇ ਪਿਆਰੇ ਕੀ ਚਾਹੁੰਦੇ ਨੇ? ਰੱਬ ਦੇ ਪਿਆਰੇ ਚਾਹੁੰਦੇ ਨੇ ਕਿ ਅਸੀਂ ਰੱਬੀ ਗੁਣਾਂ ਦੇ ਨਾਲ ਜੁੜੇ ਰਹੀਏ, ਰੱਬ ਦੀ ਰਜ਼ਾ ਦੇ ਵਿੱਚ ਤੁਰੀਏ, ਰੱਬੀ ਗੁਣ ਗਾਈਏ। ਆਮ ਜੋ ਮਨੁੱਖ ਹੈ, ਇਹਦੀਆਂ 3 ਸਾਂਝੀਆਂ ਮੰਗਾਂ ਨੇ। ਬੰਦਾ ਚਾਹੁੰਦਾ ਹੈ ਕਿ ਮੈਨੂੰ ਪਿਆਰ ਮਿਲੇ। ਹਰ ਬੰਦਾ ਚਾਹੁੰਦਾ ਨਾ ਮੈਨੂੰ ਸਤਿਕਾਰ ਵੀ ਮਿਲੇ ਤੇ ਪਿਆਰ ਵੀ ਮਿਲੇ। ਹਰ ਇਨਸਾਨ ਚਾਹੁੰਦਾ ਹੈ ਕਿ ਮੈਨੂੰ ਸੁੱਖ ਵੀ ਮਿਲੇ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ।
ਔਰ ਹਰ ਬੰਦਾ ਇਹ ਵੀ ਚਾਹੁੰਦਾ ਹੈ ਕਿ ਮੈਂ ਮੁਕਤ ਵੀ ਹੋ ਜਾਵਾਂ। ਇਹ ਤਿੰਨ ਸਾਂਝੀਆਂ ਮੰਗਾਂ ਨੇ ਹਰ ਇਨਸਾਨ ਦੀਆਂ, ਤੇ ਜੇ ਤਿੰਨੇ ਚੀਜ਼ਾਂ ਮਿਲ ਜਾਣ ਤਾਂ ਮੌਜ ਬਣ ਗਈ ਨਾ। ਤੇ ਜੇ ਇਹ ਤਿੰਨੇ ਚੀਜ਼ਾਂ ਮਿਲਣ ਤੇ ਤੁਹਾਨੂੰ ਉਹਦੇ ਵਾਸਤੇ ਕੋਈ ਤਿਆਗ ਕਰਨਾ ਪਵੇ ਜਾਂ ਉਸ ਰਾਸਤੇ ਤੇ ਚੱਲਣਾ ਪਵੇ, ਤਾਂ ਬੰਦਾ ਚੱਲਣ ਲਈ ਤਿਆਰ ਹੋ ਜਾਏਗਾ ਨਾ। ਵੀ ਜੇ ਚੀਜ਼ਾਂ ਮਿਲ ਰਹੀਆਂ ਨੇ ਤਿਆਰ, ਮੈਨੂੰ ਲੈ ਲੈਣੀਆਂ ਚਾਹੀਦੀਆਂ ਨੇ, ਇੰਨੀਆਂ ਸਸਤੀਆਂ, ਇੰਨੀਆਂ ਸੌਖੀਆਂ, ਤਾਂ ਫਿਰ ਬੰਦਾ ਉਹਦੇ ਵਾਸਤੇ ਤਿਆਰ ਹੋ ਜਾਂਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਕਿ ਜਿਸ ਮਨੁੱਖ ਨੂੰ ਪ੍ਰਭੂ ਮਨ ਭਾਉਂਦੀ ਭਗਤੀ ਦੀ ਦਾਤ ਬਖਸ਼ਦਾ ਹੈ, ਜਿਸ ਉੱਤੇ ਅਜਬ ਮਿਹਰ ਹੁੰਦੀ ਹੈ, ਤਾਂ ਉਹ ਮਨੁੱਖ ਖੁਸ਼ੀ-ਖੁਸ਼ੀ ਫਿਰ ਆਪਾ ਤਿਆਗ ਦਿੰਦਾ ਹੈ। ਕਿਵੇਂ? ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿੰਧੋਰਾ ਲੀਨ। ਮਰਨੇ ਦਾ ਮਤਲਬ ਮੌਤ, ਸਿੰਧੋਰਾ ਦਾ ਮਤਲਬ ਸੰਧੂਰ ਵਾਲਾ ਨਾਰੀਅਲ। ਜਦੋਂ ਸਤੀ ਚਿਖਾ ਤੇ ਚੜ੍ਹਦੀ ਹੈ ਨਾ, ਪਹਿਲਾਂ ਜਿਨ੍ਹਾਂ ਔਰਤਾਂ ਦੇ ਪਤੀ ਦੀ ਡੈਥ ਹੋ ਜਾਂਦੀ ਸੀ ਇੰਡੀਆ ਦੇ ਅੰਦਰ, ਖਾਸ ਕਰ ਹਿੰਦੂ ਵੀਰਾਂ ਵਿੱਚ ਖਾਸ ਕਰਕੇ, ਤਾਂ ਉਹ ਕੀ ਕਰਦੇ ਸਨ ਕਿ ਨਿਯਮ ਸੀ ਕਿ ਉਸ ਔਰਤ ਨੂੰ ਵੀ ਪਤੀ ਦੇ ਨਾਲ ਜਿੰਦਾ ਜਲਣਾ ਪੈਂਦਾ ਸੀ। ਤੇ ਜਿੰਦਾ ਜਦੋਂ ਉਹਨੂੰ ਜਲਣਾ ਪੈਂਦਾ ਸੀ ਤੇ ਉਹਦੇ ਹੱਥ ਦੇ ਅੰਦਰ ਇੱਕ ਨਾਰੀਅਲ ਫੜਾ ਦਿੰਦੇ ਸਨ, ਸੰਧੂਰ ਲਾ ਕੇ ਉਹਨੂੰ ਤਿਆਰ ਕਰ ਦੇਣਾ, ਕੱਪੜੇ ਕੁੱਪੜੇ ਪਾ ਕੇ, ਇਸ਼ਨਾਨ ਪਾਨ ਕਰਕੇ, ਤੇ ਉਹਦੇ ਹੱਥ ਵਿੱਚ ਸੰਧੂਰ ਲਗਾ ਕੇ ਇੱਕ ਨਾਰੀਅਲ ਫੜਾ ਦਿੱਤਾ ਜਾਂਦਾ ਸੀ। ਹੁਣ ਜਿਹਦੇ ਹੱਥ ਵਿੱਚ ਨਾਰੀਅਲ ਜਿਹਨੇ ਫਾੜ ਹੀ ਲਿਆ, ਉਹਨੂੰ ਪਤਾ ਵੀ ਹੁਣ ਮਰਨਾ ਤੇ ਪੈਣਾ, ਫਿਰ ਉਹਨੂੰ ਮਰਨ ਤੋਂ ਕੀ ਡਰਨਾ ਕੀ ਹੈ, ਫਿਰ ਉਹ ਮਾਰੀ ਜਾਂਦੀ ਹੈ। ਤਾਂ ਕਬੀਰ ਜੀ ਕਹਿੰਦੇ ਨੇ ਜਦੋਂ ਕੋਈ ਇਸਤਰੀ ਆਪਣੇ ਪਤੀ ਦੇ ਮਰਨ ਤੇ ਹੱਥ ਵਿੱਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਹੈ, ਤਾਂ ਫਿਰ ਉਹ ਮਰਨ ਤੋਂ ਡਰਦੀ ਨਹੀਂ, ਫਿਰ ਉਹ ਆਪਣਾ ਆਪ ਤਿਆਗ ਦਿੰਦੀ ਹੈ। ਇੱਥੇ ਮਿਸਾਲ ਲਈ ਹੈ, ਸਿਰਫ ਇੱਥੇ ਇੱਕ ਮਿਸਾਲ ਲਈ ਹੈ, ਕਿਉਂਕਿ ਆਪਣੀ ਜਾਨ ਗਵਾ ਦੇਣੀ ਕਿੱਡਾ ਵੱਡਾ ਤਿਆਗ ਹੈ ਨਾ ਕਿਸੇ ਵਾਸਤੇ। ਤਾਂ ਵੈਸੇ ਇਹ ਸਤੀ ਪ੍ਰਥਾ ਦੇ ਖਿਲਾਫ ਗੁਰਬਾਣੀ ਦੇ ਅੰਦਰ ਬੋਲਿਆ ਗਿਆ ਹੈ। ਗੁਰੂ ਪਾਤਸ਼ਾਹ ਨੇ ਸਤੀ ਪ੍ਰਥਾ ਨੂੰ ਰੱਦ ਕੀਤਾ ਹੈ ਕਿ ਸਤੀਆਂ ਉਹਨਾਂ ਨੂੰ ਨਹੀਂ ਕਿਹਾ ਜਾ ਸਕਦਾ, ਔਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਅਕਬਰ ਨੂੰ ਕਹਿ ਕੇ ਸਤੀ ਪ੍ਰਥਾ ਦੇ ਖਿਲਾਫ ਜਿਹੜਾ ਹੈ ਉਹ ਕਾਨੂੰਨ ਵੀ ਬਣਵਾ ਦਿੱਤਾ ਸੀ। ਲੇਕਿਨ ਇੱਥੇ ਗੱਲ ਸਿਰਫ ਪ੍ਰਮਾਣ ਲਿਆ ਜਾਂਦਾ ਹੈ ਡਰਨ ਦੀ, ਕਿ ਫਿਰ ਉਹ ਔਰਤ ਡਰਦੀ ਨਹੀਂ। ਤਾਂ ਇੱਥੇ ਗੱਲ ਹੋ ਰਹੀ ਹੈ ਰੱਬ ਦੇ ਨਾਲ ਮਿਲਣ ਦੀ, ਕਿ ਜਦੋਂ ਰੱਬੀ ਜੋ ਪਿਆਰੇ ਨੇ ਉਹਨਾਂ ਨੂੰ ਸ਼ੁਭ ਗੁਣ ਮਿਲਦੇ ਨੇ, ਰੱਬੀ ਰਜ਼ਾ ਦੇ ਵਿੱਚ ਤੁਰਦੇ ਨੇ, ਉਹਨਾਂ ਨੂੰ ਇਹ ਸਮਝ ਪੈਂਦੀ ਹੈ ਕਿ ਏਡੀ ਵੱਡੀ ਦਾਤ ਸਾਨੂੰ ਮਿਲ ਰਹੀ ਹੈ, ਤਾਂ ਉਹ ਮਰਨ ਤੋਂ ਡਰਦੇ ਨਹੀਂ, ਯਾਨੀ ਉਹ ਆਪਾ ਭਾਵ ਤਿਆਗ ਦਿੰਦੇ ਨੇ, ਉਹ ਆਪਣੀ ਮੱਤ ਛੱਡ ਦਿੰਦੇ ਨੇ। ਜਿਵੇਂ ਉਹ ਔਰਤ ਸੰਧੂਰਿਆ ਨਾਰੀਅਲ ਫੜ ਕੇ ਡਰਦੀ ਨਹੀਂ ਨਾ, ਫਿਰ ਉਹ ਆਪਣਾ ਆਪਾ ਤਿਆਗ ਦਿੰਦੀ ਹੈ। ਇਸੇ ਤਰ੍ਹਾਂ ਜੋ ਰੱਬ ਦੇ ਪਿਆਰੇ ਨੇ, ਫਿਰ ਉਹ ਆਪਣੇ ਆਪੇ ਭਾਵ ਦੇ ਮਰਨ ਤੋਂ ਡਰਦੇ ਨਹੀਂ, ਆਪਣੀ ਈਗੋ ਛੱਡਣ ਤੋਂ ਪਿੱਛੇ ਨਹੀਂ ਹਟਦੇ, ਆਪਣਾ ਆਪਾ ਤਿਆਗ ਦਿੰਦੇ ਨੇ ਔਰ ਪ੍ਰਭੂ ਦੇ ਅੰਦਰ ਉਹ ਲੀਨ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਮਨ ਭਾਉਂਦੀ ਦਾਤ ਮਿਲਦੀ ਹੈ। ਤਾਂ ਇਸ ਸਾਰੇ ਸ਼ਲੋਕ ਦਾ ਜੋ ਕੇਂਦਰੀ ਭਾਵ ਹੈ ਉਹ ਇਹ ਹੈ ਕਿ ਜਦੋਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮਨ ਭਾਉਂਦੀ ਸ਼ੈ ਮਿਲੇ, ਸੁੱਖ ਮਿਲੇ, ਆਦਰ ਔਰ ਪਿਆਰ ਮਿਲੇ, ਮੁਕਤੀ ਮਿਲੇ, ਤਾਂ ਉਹਦੇ ਵਾਸਤੇ ਸਾਨੂੰ ਮਰਨਾ ਪਵੇਗਾ। ਜੋ ਪਿੱਛੇ ਅਸੀਂ ਵਿਚਾਰ ਆਏ ਆ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਤੇ ਮਰਨ ਦਾ ਮਤਲਬ ਹੈ ਆਪਣੀ ਮੱਤ ਦਾ ਤਿਆਗ ਕਰਕੇ ਗੁਰੂ ਦੀ ਮੱਤ ਦੇ ਧਾਰਨੀ ਹੋਣਾ, ਆਪਣਾ ਆਪਾ ਤਿਆਗ ਦੇਣਾ, ਵਿਕਾਰਾਂ ਵੱਲੋਂ ਆਪਣੀ ਖਹਿੜਾ ਛਡਾ ਕੇ ਸ਼ੁਭ ਗੁਣਾਂ ਦੇ ਨਾਲ ਜੁੜ ਜਾਣਾ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ ਔਰ ਗੁਰਬਾਣੀ ਦੀ ਵਿਚਾਰ ਅਸੀਂ ਕਰੀਏ ਔਰ ਗੁਰਬਾਣੀ ਦੀ ਵਿਚਾਰ ਮੁਤਾਬਕ ਜ਼ਿੰਦਗੀ ਜੀਵੀਏ। ਬੜਾ ਸੁਹੇਲਾ ਮਾਰਗ ਹੈ, ਸੁਖਦਾਇਕ ਔਰ ਬੜਾ ਸੌਖਾ ਜਿਹਾ ਰਾਸਤਾ ਹੈ, ਜਿਹਦੇ ਵਿੱਚ ਕੋਈ ਕਰਮ ਕਾਂਡ ਨਹੀਂ, ਕੋਈ ਸਾਨੂੰ ਘਰ ਨਹੀਂ ਛੱਡਣਾ ਪੈਣਾ, ਜੰਗਲਾਂ ਵਿੱਚ ਨਹੀਂ ਜਾਣਾ ਪੈਣਾ, ਮਾਲਾਵਾਂ ਨਹੀਂ ਫੇਰਨੀਆਂ ਪੈਣੀਆਂ, ਕੋਈ ਸਮਾਧੀਆਂ ਨਹੀਂ ਲਾਣੀਆਂ ਪੈਣੀਆਂ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਦਿਆਂ, ਜਗਤ ਦੇ ਵਿੱਚ ਰਹਿੰਦਿਆਂ, ਹੱਸਦਿਆਂ, ਖੇਡਦਿਆਂ, ਖਾਂਦਿਆਂ, ਪੀਂਦਿਆਂ ਵਿੱਚ ਹੀ ਮੁਕਤ ਹੋ ਜਾਣਾ। ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਮੁਕਤ, ਪੂਰੀ ਹੋਵੇ ਜੁਗਤ, ਹਸੰਦਿਆਂ, ਖੇਲੰਦਿਆਂ, ਖਾਵੰਦਿਆਂ, ਪਹਿਨੰਦਿਆਂ ਵਿੱਚ ਹੋਵੇ ਮੁਕਤ। ਗੁਰੂ ਦੀ ਰਹਿਮਤ ਕਰਨ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਸਕੀਏ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਜਿਸ ਵੀ ਕਿਸੇ ਵੀਰ ਭੈਣ ਨੇ ਕੋਈ ਅੱਜ ਦੇ ਸੰਦਰਭ ਵਿੱਚ ਉਸ ਲੋਕਾਂ ਦੀ ਵਿਚਾਰ ਕੀਤੀ ਹੈ, ਸਵਾਲ ਪੁੱਛਣਾ ਹੈ, ਤਾਂ ਉਹ ਸਵਾਲ ਪੁੱਛ ਸਕਦਾ ਹੈ। ਔਰ ਜੇ ਕਿਸੇ ਵੀਰ ਭੈਣ ਨੇ ਕੋਈ ਆਪਣੇ ਵਿਊਜ਼ ਦੇਣੇ ਨੇ
ਤਾਂ ਉਹ ਆਪਣੇ ਵਿਚਾਰ ਦੇ ਸਕਦਾ ਹੈ। ਅਨਮਿਊਟ ਹੋ ਜਾਓ। ਵੀਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ। ਅਗਲੀ ਕਾਰਵਾਈ ਉਹ ਕਰਨਗੇ। ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੈ ਜਾਂ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਅਨਮਿਊਟ ਹੋ ਸਕਦੇ ਨੇ। ਫੇਸਬੁੱਕ ਤੇ ਜਿਹੜੇ ਮੇਰੇ ਵੀਰ ਸਰਵਣ ਕਰ ਰਹੇ ਨੇ ਉਹਨਾਂ ਵੀਰਾਂ ਭੈਣਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਆਪ ਇਹਨਾਂ ਪਿਆਰ ਮਾਣ ਬਖਸ਼ਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਧੰਨਵਾਦ ਹਮੇਸ਼ਾ ਦੀ ਤਰ੍ਹਾਂ ਆਪ ਜੀ ਦਾ। ਤੇ ਅੱਜ ਦੀ ਕਥਾ ਸਾਰਿਆਂ ਨੇ ਸੁਣ ਲਈ ਹੈ ਜੀ। ਤੇ ਜਿੱਦਾਂ ਉਹਨਾਂ ਨੇ ਕਿਹਾ ਕਿ ਆਪਣੇ ਵਿਚਾਰ ਦੇਣੇ ਆ ਜਾਂ ਕੋਈ ਸਵਾਲ ਪੁੱਛਣਾ ਤਾਂ ਤੁਸੀਂ ਅਨਮਿਊਟ ਹੋ ਜਾਓ। ਸਾਡੇ ਨਾਲ ਸਤਨਾਮ ਕੌਰ ਜੀ ਅਨਮਿਊਟ ਹੈ ਸਭ ਤੋਂ ਪਹਿਲਾਂ। ਤੇ ਪਹਿਲਾਂ ਜੀ ਆਪਣੇ ਸਤਵੰਤ ਕੌਰ ਜੀ, ਨਹੀਂ ਜੀ ਸਤਨਾਮ ਕੌਰ ਜੀ, ਸੌਰੀ ਸਤਨਾਮ ਕੌਰ ਜੀ ਤੁਸੀਂ ਅਨਮਿਊਟ ਹੈ, ਤੁਸੀਂ ਗੱਲ ਕਰੋ। ਹਾਂਜੀ ਸੌਰੀ। ਹਾਂਜੀ ਗਿਆਨੀ ਜੀ ਤੇ ਸ਼ਹੋਬਾਤ ਨਾ ਪੁੱਛੀਏ ਕਬੋਂ ਨਾ ਲਾਏ ਪਾਏ। ਸ਼ਹੋ ਦਾ ਇੱਥੇ ਸ਼ਹੋ ਰੱਬ ਲਈ ਆਇਆ ਨਾ। ਹਾਂਜੀ ਤੁਸੀਂ ਕਹਿ ਰਹੇ ਹੋ ਸ਼ਹੋ ਨਹੀਂ ਬੋਲਣਾ, ਸ਼ਹ ਬੋਲਣਾ। ਨਹੀਂ ਸ਼ਹ ਬੋਲਣਾ, ਸ਼ਹ ਔਂਕੜ ਵਾਲਾ। ਵੈਸੇ ਅਸੀਂ ਸ਼ਾਹ ਜੀ ਨਹੀਂ ਬੋਲਦੇ। ਰੱਬ ਜਿੱਥੇ ਵੀ ਆਏਗਾ ਸ਼ਹੋ ਤੇ ਸ਼ਹੋ ਬੋਲਣਾ, ਸ਼ਾਹ ਨਹੀਂ ਬੋਲਣਾ। ਨਹੀਂ ਸ਼ਹ ਬੋਲਣਾ, ਸ਼ਹ ਹਮੇਸ਼ਾ। ਕਈ ਥਾਂ ਤੇ ਆਉਂਦਾ ਨਾ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਉਥੇ ਹਾਏ ਨਾਲ ਸਿਆਰੀ ਹੈ ਲੇਕਿਨ ਉਹਦਾ ਉਚਾਰਨ ਵੀ ਸ਼ਹ ਹੀ ਹੋਏਗਾ। ਜਿਵੇਂ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ, ਇੱਥੇ ਭਗਤ ਦੇ ਤੱਤੇ ਨਾਲ ਸਿਹਾਰੀ ਹੈ ਨਾ, ਤੇ ਅਸੀਂ ਇਹਨੂੰ ਭਗਤ ਹੀ ਬੋਲਦੇ ਹਾਂ, ਭਗਤੀ ਨਹੀਂ ਬੋਲਦੇ। ਸਿਹਾਰੀ ਹੁੰਦਿਆਂ ਵੀ। ਔਰ ਜਿਹੜਾ ਭਗਤ ਉੱਥੇ ਭਗਤ ਦੇ ਤੱਤੇ ਥੱਲੇ ਔਂਕੜ ਹੈ ਉਹਨੂੰ ਭਗਤੋ ਨਹੀਂ ਬੋਲਦੇ, ਭਗਤ ਹੀ ਬੋਲਦੇ ਆ। ਇਸੇ ਤਰ੍ਹਾਂ ਸ਼ੁੱਧ ਸ਼ਬਦ ਹੈਗਾ ਸ਼ਹੋ, ਫਾਰਸੀ ਦਾ ਸ਼ਬਦ ਹੈ। ਸ਼ਹੁ ਦਾ ਮਤਲਬ ਰੱਬ, ਤੇ ਉਹਨੂੰ ਸ਼ਹੁ ਹੀ ਬੋਲਾਂਗੇ। ਉੱਥੇ ਜਿਹੜੀ ਸਿਹਾਰੀ ਆਈ ਹੈ ਉਹ ਕੇਵਲ ਅਧਿਕਰਨ ਕਰਕੇ ਕਿ ਉਹ ਸ਼ਹੁ ਨੇ, ਰੱਬ ਨੇ ਕਰਕੇ ਆਈ ਹੈ। ਜਿਵੇਂ ਨਾਨਕ ਸ਼ਬਦ ਦੇ ਕੱਕੇ ਨਾਲ ਸਿਹਾਰੀ ਲੱਗੀ ਹੁੰਦੀ ਹੈ ਨਾ, ਕਈ ਵਾਰੀ ਨਾਨਕ ਦੇ ਕੱਕੇ ਨਾਲ ਸਿਹਾਰੀ, ਤਾਂ ਉਹਨੂੰ ਅਸੀਂ ਨਾਨਕੇ ਨਹੀਂ ਬੋਲਦੇ। ਕਈ ਵਾਰ ਨਾਨਕ ਦੇ ਕੱਕੇ ਥੱਲੇ ਔਂਕੜ ਹੁੰਦਾ ਹੈ ਤਾਂ ਉਹਨੂੰ ਅਸੀਂ ਨਾਨਕੋ ਨਹੀਂ ਬੋਲਦੇ, ਨਾਨਕ ਹੀ ਬੋਲਦੇ ਹਾਂ। ਇਸੇ ਤਰ੍ਹਾਂ ਸ਼ਹੁ ਦੇ ਹਾਹੇ ਨਾਲ ਸਿਹਾਰੀ ਹੋਵੇ ਜਾਂ ਨਾ ਹੋਵੇ ਉਹਨੂੰ ਅਸੀਂ ਸ਼ਹੁ ਹੀ ਬੋਲਾਂਗੇ, ਕਿਉਂਕਿ ਸ਼ੁੱਧ ਸ਼ਬਦ ਸ਼ਹੁ ਹੈਗਾ। ਪਰ ਜੇ ਕੋਈ ਸਹਿ ਪੜਦਾ ਤਾਂ ਉਹਦੇ ਨਾਲ ਬਹਿਸਣ ਦੀ ਲੋੜ ਨਹੀਂ ਹੈ, ਉਹਨੂੰ ਵਿਵਾਦ ਦਾ ਕਾਰਨ ਨਹੀਂ। ਇਹੀ ਪਤਾ ਕਰਨਾ ਕਿ ਸ਼ੁੱਧ ਸ਼ਬਦ ਸ਼ਹੁ ਹੈ। ਹਾਂਜੀ ਸ਼ਹੁ, ਬਸ ਇਹ। ਹਾਂਜੀ ਸ਼ਹੁ। ਥੈਂਕ ਯੂ। ਠੀਕ ਹੈ ਜੀ, ਧੰਨਵਾਦ ਤੁਹਾਡਾ। ਤੇ ਬਲਜੀਤ ਕੌਰ ਜੀ ਤੁਸੀਂ ਵੀ ਅਨਮਿਊਟ ਹੈ, ਤੁਸੀਂ ਆਪਣੀ ਗੱਲ ਕਰੋ ਤੇ ਉਹਦੇ ਬਾਅਦ ਦੇ ਵਿੱਚ ਹੋਰ ਕਿਸੇ ਨੇ ਵੀ ਕਰਨਾ ਤਾਂ ਅਨਮਿਊਟ ਹੋ ਜਾਓ। ਹਾਂਜੀ ਓਕੇ ਗਿਆਨੀ ਜੀ, ਇਹਦਾ ਤੁਸੀਂ ਇੱਕ ਵਾਰ ਫਿਰ ਤੋਂ ਮੈਨੂੰ ਸਮਝਾ ਦੋਗੇ। ਕਬੀਰ ਬੇਦ ਮੁਆ, ਰੋਗੀ ਮੁਆ, ਮੁਆ ਸਭ ਸੰਸਾਰ। ਹਾਂ, ਵੈਦ ਦਾ ਮਤਲਬ ਹੈਗਾ ਜਿਹੜਾ ਨਾ ਲੋਕਾਂ ਨੂੰ ਉਪਦੇਸ਼ ਕਰ ਰਿਹਾ। ਓਕੇ। ਤੇ ਰੋਗੀ ਦਾ ਮਤਲਬ ਇਹ ਹੈਗਾ ਜਿਹੜੇ ਵਿਕਾਰੀ ਲੋਕ ਨੇ। ਇੱਕ ਤੇ ਵਿਕਾਰਾਂ ਦੇ ਵਿੱਚ ਫਸੇ ਹੋਏ ਲੋਕ ਨੇ, ਕਾਮ ਕ੍ਰੋਧ ਲੋਭ ਦੇ ਵਿੱਚ, ਉਹਨਾਂ ਨੂੰ ਪਤਾ ਨਹੀਂ ਕਿ ਇਹ ਵਿਕਾਰ ਮਾੜੇ ਨੇ, ਉਹ ਤਾਂ ਰੋਗੀ ਨੇ। ਤੇ ਵੈਦ ਹੈਗਾ ਜਿਹੜਾ ਉਹਨਾਂ ਨੂੰ ਉਪਦੇਸ਼ ਕਰ ਰਿਹਾ ਕਿ ਤੁਸੀਂ ਇਹ ਵਿਕਾਰ ਨਾ ਕਮਾਓ, ਚੰਗੇ ਕਰਮ ਕਰੋ। ਲੇਕਿਨ ਉਹ ਸਿਰਫ ਕਹਿ ਰਿਹਾ ਹੈ। ਜਦੋਂ ਕਹਿਣ ਤੋਂ ਬਾਹਰ ਜਾਂਦਾ ਹੈ ਤਾਂ ਉਦੋਂ ਕੰਮ ਉਹ ਹੀ ਕਰਦਾ ਹੈ। ਕੰਨਾਂ ਨਾਲ ਨਿੰਦਿਆ ਵੀ ਸੁਣਦਾ ਹੈ, ਚਸਕੇ ਵੀ ਲਾਉਂਦਾ ਹੈ, ਚੋਰੀ ਛੱਪੇ ਸ਼ਰਾਬ ਵੀ ਪੀ ਲੈਂਦਾ ਹੈ, ਚੋਰੀ ਛੱਪੇ ਫਿਲਮਾਂ ਵੀ ਦੇਖ ਹੁੰਦਾ ਹੈ। ਤਾਂ ਉਹ ਵੀ ਆਤਮਕ ਮੌਤ ਤੇ ਮੋਇਆ ਹੋਇਆ, ਕਿਉਂਕਿ ਉਹਨਾਂ ਦੀ ਜਿਹੜੀ ਸਾਰੀ ਭੱਜ ਦੌੜ ਹੈ ਉਹ ਵਿਕਾਰਾਂ ਵਾਸਤੇ। ਤੇ ਕਬੀਰ ਜੀ ਕਹਿੰਦੇ ਨੇ ਏਕ ਕਬੀਰਾ ਨਾਮ ਹੁਆ। ਏਕ ਦਾ ਮਤਲਬ ਇੱਕ ਉਹ ਬੰਦਾ ਨਹੀਂ ਮਰਦਾ ਜਿਹਦੇ ਰੋਣ ਵਾਲੇ ਨਹੀਂ ਹੈਗੇ, ਯਾਨੀ ਜਿਹੜੇ ਗਿਆਨ ਇੰਦਰੀ ਨੇ ਨਾ, ਸਾਡੇ ਕੰਨ ਨੱਕ ਗਿਆਨ ਇੰਦਰੀ, ਇਹ ਵਿਕਾਰਾਂ ਵਾਸਤੇ ਦੌੜ ਭੱਜ ਨਹੀਂ ਕਰਦੇ। ਉਹ ਬੰਦਾ ਮੌਤ ਤੋਂ ਬਚ ਜਾਂਦਾ ਹੈ। ਜਿਹਦੀਆਂ ਅੱਖਾਂ ਮਾੜੇ ਰੂਪ ਨਹੀਂ ਵੇਖਦੀਆਂ, ਜਿਹਦੇ ਕੰਨ ਨਿੰਦਿਆ ਨਹੀਂ ਸੁਣਦੇ, ਜੋ ਜ਼ੁਬਾਨ ਨਾਲ ਮਾੜਾ ਨਹੀਂ, ਉਹ ਬੰਦਾ ਬਚ ਜਾਂਦਾ। ਤਾਂ ਇੱਥੇ ਸਾਨੂੰ ਇਹ ਸਮਝਾਇਆ ਗਿਆ ਕਿ ਭਾਵੇਂ ਕੋਈ ਉਪਦੇਸ਼ ਸੁਣਨ ਵਾਲਾ ਹੈ ਜਾਂ ਉਪਦੇਸ਼ ਕਰਨ ਵਾਲਾ ਹੈ, ਜੇ ਉਹ ਸੱਚ ਦੇ ਉੱਤੇ ਅਮਲ ਨਹੀਂ ਕਰਦਾ ਤਾਂ ਉਹ ਆਤਮਕ ਮੌਤੇ ਮਰ ਜਾਏਗਾ। ਸਿਰਫ ਆਤਮਕ ਮੌਤੇ ਮਰਨ ਤੋਂ ਉਹ ਇਨਸਾਨ ਬਚੇਗਾ ਜਿਹਦੇ ਗਿਆਨ ਇੰਦਰੀਆਂ ਨੂੰ, ਜਿਹਨੇ ਆਪਣਿਆਂ ਨੂੰ ਵਿਕਾਰਾਂ ਤੋਂ ਰੋਕ ਲਿਆ। ਓਕੇ ਠੀਕ ਹੈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਧੰਨਵਾਦ ਬਲਜੀਤ ਕੌਰ ਜੀ। ਤੇ ਹੋਰ ਤਾਂ ਸਾਡੇ ਨਾਲ ਕੋਈ ਮਿਊਟ ਨਹੀਂ ਹੈਗਾ ਜੀ ਇਸ ਵੇਲੇ, ਮਤਲਬ ਸਾਰੇ ਸਮਝ ਗਏ ਜੋ ਕੁਛ ਅੱਜ ਦੀ ਗੱਲਬਾਤ ਕਹੀ ਗਈ ਹੈ। ਕੋਈ ਮਿਊਟ ਨਹੀਂ। ਤਾਂ ਗਿਆਨੀ ਜੀ ਇੱਕ ਸ਼ਬਦ ਹੈ। ਤੁਸੀਂ ਕੁਛ ਕਹਿਣਾ? ਹਾਂਜੀ, ਕਬੀਰ ਜੀ ਦਾ ਸ਼ਬਦ ਹੈ, ਕਿਉਂ ਲੀਜੇ ਗੜ ਬੰਕਾ ਪਾਈ।
ਇਹ ਸ਼ਬਦ ਬੜਾ ਔਖਾ, ਤੁਸੀਂ ਗਿਆਨੀ ਜੀ ਨੂੰ ਥੋੜਾ ਐਕਸਪਲੇਨ ਕਰ ਸਕਦੇ ਹੋ? ਵੈਸੇ ਸ਼ਬਦ ਵੱਡਾ ਥੋੜਾ। ਹਾਂਜੀ, ਇਹ ਕਾਫੀ ਵੱਡਾ ਸ਼ਬਦ, ਇਹਦੇ ਵਾਸਤੇ ਨਾ ਟਾਈਮ ਚਾਹੀਦਾ ਹੈ, ਮਤਲਬ ਜ਼ਿਆਦਾ। ਅੱਜ ਮੈਂ ਸਵੇਰੇ ਮੇਰਾ ਪੜ੍ਹ ਰਹੀ ਸੀ ਤਾਂ ਉਸਦਾ ਬਹੁਤ ਔਖਾ ਸ਼ਬਦ ਹੈ। ਹਾਂਜੀ, ਇਹਦੇ ਵਾਸਤੇ ਨਾ ਪੂਰੀ ਕਲਾਸ ਦਾ ਘੰਟਾ ਟਾਈਮ, ਅੱਧਾ ਪੌਣਾ ਘੰਟਾ ਲੱਗ ਜਾਣਾ ਹੈ। ਹਾਂਜੀ, ਜੇ ਤੁਸੀਂ ਵਿਆਖਿਆ ਕਰਦੇ ਹੋ, ਬੜਾ ਵਧੀਆ, ਬੜਾ ਔਖਾ ਸ਼ਬਦ ਹੈ। ਕੋਈ ਨਾ, ਆਪਾਂ ਕਿਸੇ ਦਿਨ ਕਬੀਰ ਜੀ ਦੇ ਸ਼ਲੋਕਾਂ ਨੂੰ ਰੋਕ ਕੇ ਤੇ ਇੱਕ ਦਿਨ ਫਿਰ ਇਸ ਸ਼ਬਦ ਦੀ ਵਿਆਖਿਆ ਕਰ ਲਾਂਗੇ, ਕਿਉਂਕਿ ਇਹ ਨਾ ਕਾਫੀ ਮੋਹ 5-25 ਮੋਹ ਮਦ ਮਤਸਰ ਆਦਿ ਪਰਬਲ ਮਾਇਆ ਜਨ ਕਬੀਰ ਕੋ ਜੋਰ ਨਾ ਪਹੁੰਚੇ ਕਹਾ ਕਰੋ ਰਗੜਾਇਆ। ਇਹ ਵਿੱਚ ਨਾ 5-25 ਜਿਹੜੇ ਨੇ ਸਮਝਾਉਣ ਵਾਸਤੇ ਕਾਫੀ ਲੰਬਾ ਟਾਈਮ ਚਾਹੀਦਾ। 25 ਮਨ ਸਮਝ ਨਹੀਂ ਸੀ ਆਈ, ਬਹੁਤ ਕੰਪਲਿਕੇਟਡ, ਬਹੁਤ ਕੰਪਲਿਕੇਟਡ ਹੈ। ਆਪਾਂ ਕਿਸ ਦਿਨ ਦੀ ਵਿਚਾਰ ਕਰ ਲਵਾਂਗੇ। ਥੈਂਕ ਯੂ। ਠੀਕ ਹੈ ਜੀ, ਧੰਨਵਾਦ ਸਤਨਾਮ ਕੌਰ ਜੀ। ਤੇ ਆਪਾਂ ਜਿੱਦਾਂ ਗਿਆਨੀ ਜੀ ਨੇ ਕਿਹਾ ਹੈ, ਤੁਸੀਂ ਟਾਈਮ ਦੇ ਵਿੱਚ ਇਹਨਾਂ ਸ਼ਲੋਕਾਂ ਦੀ ਵਿਚਾਰ ਹੋ ਸਕਦੀ, ਕੋਈ ਪ੍ਰੋਬਲਮ ਹੈ ਜੀ। ਸੁਰਿੰਦਰ ਕੌਰ ਜੀ, ਤੁਸੀਂ ਅਨਮਿਊਟ ਹੋਏ ਆ, ਤੁਸੀਂ ਕੁਝ ਕਹਿਣਾ ਜੀ? ਹਾਂਜੀ ਗਿਆਨੀ ਜੀ। ਹਾਂਜੀ ਭੈਣ। ਕਬੀਰ ਜੈ ਦਰ ਆਵਤ ਜਾਤਿਓ ਹਟਕੇ ਨਾਹੀ ਕੋਏ, ਇਹਦਾ ਮਤਲਬ? ਜਿਹੇ ਦਰ ਆਵਤ ਜਾਤਿਓ ਦਾ ਮਤਲਬ ਹੈ ਵੀ ਜਿਸ ਦਰ ਦੇ ਉੱਤੇ ਟਿਕੇ ਰਹਿਣ ਦੇ ਨਾਲ ਹਟਕੇ ਨਾਹੀ ਕੋਈ ਦਾ ਮਤਲਬ ਕੋਈ ਵੀ ਵਿਕਾਰ ਸਾਡੇ ਆਤਮਿਕ ਜੀਵਨ ਦੇ ਅੰਦਰ ਰੋੜਾ ਨਹੀਂ ਬਣਦਾ। ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ ਵੀ ਜਿਹੜਾ ਰੱਬ ਦਾ ਦਰ, ਗੁਰੂ ਦਾ ਦਰ ਇੰਨਾ ਮਹਾਨ ਹੈ, ਉਹ ਦਰ ਸਾਨੂੰ ਛੱਡਣਾ ਨਹੀਂ ਚਾਹੀਦਾ ਔਰ ਸਾਨੂੰ ਆ ਕਰਮ ਕਾਂਡਾਂ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੀਦਾ। ਅੱਛਾ ਜੀ, ਥੈਂਕ ਯੂ ਜੀ। ਧੰਨਵਾਦ। ਧੰਨਵਾਦ ਜੀ। ਠੀਕ ਹੈ ਜੀ, ਸਾਡੀ ਗੱਲਬਾਤ ਜਿੰਨੀ ਹੋ ਚੁੱਕੀ ਆ, ਮੇਰਾ ਖਿਆਲ ਬਾਕੀ ਤਾਂ ਹੋਰ ਸਾਰੇ ਸੱਲੀ ਆ ਸਾਰਿਆਂ ਨੂੰ। ਤੇ ਹੁਣ ਇੱਥੇ ਸਮਾਪਤੀ ਕਰ ਦਿੰਦੇ ਜੀ ਆਪਾਂ। ਕੱਲ ਨੂੰ ਸੈਚਰਡੇ ਆ ਜੀ, ਤੇ ਸੈਚਰਡੇ ਨੂੰ ਜਿਹੜੀ ਕਲਾਸ ਲੱਗਦੀ ਉਹਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਕਿਹੜਾ ਉਹਨਾਂ ਦਾ ਆਪਣੇ ਨੰਬਰ ਜਿਹੜਾ ਕੋਡ ਹੁੰਦਾ ਆ। ਤੇ ਇੱਕ ਵਾਰੀ ਗਿਆਨੀ ਜੀ ਕਰ ਦਿੰਦੇ ਹੁੰਦੇ, ਤੁਹਾਨੂੰ ਪਹਿਲਾਂ ਹੀ ਪਾ ਦਿੰਦੇ ਹੁੰਦੇ ਆ ਕਲਾਸ ਲੱਗਣ ਤੋਂ ਪਹਿਲਾਂ। 1 ਵਜੇ ਕੱਲ ਨੂੰ ਫਿਰ ਕਲਾਸ ਸ਼ੁਰੂ ਹੋਣੀ ਆ। ਤੇ ਆਪਾਂ ਮੁੜ ਕੇ ਸੋਮਵਾਰ ਨੂੰ ਆਵਾਂਗੇ ਜੀ ਮੁੜ ਕੇ। ਤੇ ਵੀਕਐਂਡ ਇੰਜੋਏ ਕਰਿਓ। ਉਮੀਦ ਹੈ ਕਿ ਕੋਈ ਅਮਰੀਕਾ 'ਚ ਕੋਈ ਸਟੋਰਮ ਵਗੈਰਾ ਨਾ ਆਊਗੀ, ਜਿੱਦਾਂ ਭੈਣ ਕੱਲ ਕਹਿੰਦੀ ਸੀ। ਹੁਣ ਯੂ ਹੈਵ ਅ ਗੁੱਡ ਵੀਕਐਂਡ ਐਂਡ ਵੀ ਕਮ ਬੈਕ ਔਨ ਮੰਡੇ। ਤੇ ਛੁੱਟੀਆਂ ਲਓ ਜੀ ਸਾਰਿਆਂ ਤੋਂ। ਵੀਰ ਜੀ, ਇਸ ਮੰਡੇ ਨੂੰ ਹੀ ਹੈ ਨਾ ਉਹਨਾਂ ਨੇ ਆਣਾ, ਮੇਅਰ ਨੇ ਇਸ ਮੰਡੇ 25 ਨੂੰ? ਇਸ ਮੰਡੇ ਆਣਾ ਜੀ, 21 ਤਰੀਕ ਨੂੰ। ਹਾਂਜੀ, ਉਹ ਉਦੋਂ ਨੂੰ ਆ ਰਹੇ ਆ। ਅੱਛਾ ਜੀ, ਓਕੇ, ਠੀਕ ਹੈ। ਹਾਂਜੀ ਠੀਕ ਹੈ, ਆਪਾਂ ਮੰਡੇ ਸਵੇਰ ਨੂੰ ਆਉਣੇ ਜੀ ਮੁੜ, ਸੌਰੀ ਮੰਡੇ 1 ਵਜੇ ਆਵਾਂਗੇ ਜੀ। ਤੇ ਉਦੋਂ ਤੱਕ ਛੁੱਟੀਆਂ ਲਓ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।